ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਪੰਜਾਬ ਇਸ ਵੇਲੇ ਆਰਥਿਕ ਤੇ ਰਾਜਸੀ ਤੌਰ ਤੇ ਇੱਕ ਵੱਡੇ ਸੰਕਟ ਦੇ ਵਿੱਚ ਦੀ ਲੰਘ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਹ ਕਿਹਾ ਹੈ ਕਿ 50,000 ਕਰੋੜ ਰੁਪਏ ਦਾ ਇਸ ਸਾਲ ਦਾ ਘਾਟਾ ਜਿਹੜਾ ਹੈਗਾ ਨਜ਼ਰ ਆ ਰਿਹਾ ਹੈ। ਜੇ ਆਪਾਂ ਗੱਲ ਕਰਦੇ ਹਾਂ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲੈਣ ਦੀ, ਜਿਹੜੀ ਲਗਾਤਾਰ ਮੁੱਖ ਮੰਤਰੀ ਕਹਿੰਦੇ ਚਲੇ ਆ ਰਹੇ ਹੈ, ਅਜੇ ਤੱਕ ਵਿਸ਼ੇਸ਼ ਪੈਕੇਜ ਦੇ ਨਾਂ ਤੇ ਇੱਕ ਧੇਲਾ ਨਹੀਂ ਮਿਲਿਆ। ਜਿੱਥੋਂ ਤੱਕ ਪੰਜਾਬ ਦੇ ਰਾਜਸੀ ਸੰਕਟ ਦਾ ਸਵਾਲ ਹੈ, ਪੰਜਾਬ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਰਾਜ ਦੇ ਮੁੱਖ ਸਕੱਤਰ ਨੂੰ ਇਹ ਕਿਹਾ ਕਿ ਇਹਦੇ ਨਾਲ ਮੁੜ ਕੇ ਮੀਟਿੰਗ 'ਚ ਬੈਠਿਆ ਨਹੀਂ ਜਾ ਸਕਦਾ, ਕਿਉਂਕਿ ਅਫਸਰਸ਼ਾਹੀ ਦੇ ਵਤੀਰੇ ਨੂੰ ਲੈ ਕੇ ਮਾਮਲਾ ਇਹ ਸਾਰਾ ਉੱਠਿਆ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਜਿਹੜੀ ਮੀਟਿੰਗ ਲਈ ਹੈ, ਉਹਦੇ 'ਚ 3 ਕੈਬਨਿਟ ਮੰਤਰੀ ਬੈਠੇ ਹੈ, ਮੁੱਖ ਸਕੱਤਰ ਵੀ ਬੈਠਾ ਹੈ, ਕੁਝ ਹੋਰ ਅਧਿਕਾਰੀ ਵੀ ਬੈਠੇ ਹੈ। ਕੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਜਿੱਦਾਂ ਦੀਆਂ ਪ੍ਰਸਥਿਤੀਆਂ ਬਣੀਆਂ, ਇਹਨਾਂ ਪ੍ਰਸਥਿਤੀਆਂ ਦੇ ਵਿੱਚ ਸੁਭਾਵਿਕ ਹੈ ਕਿ ਮੁੱਖ ਵਿਰੋਧੀ ਤਰ੍ਹਾਂ ਜਿਹੜੀਆਂ ਹੈਗੀਆਂ ਇਹਨਾਂ ਮਾਮਲਿਆਂ 'ਤੇ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ, ਅਕਸਰ ਪੰਜਾਬ ਵਿਧਾਨ ਸਭਾ ਬਾਰੇ ਕਿਹਾ ਜਾਂਦਾ ਹੈ ਕਿ ਉੱਥੋਂ ਦੇ MLA ਜਿਹੜੇ ਹੈਗੇ ਜੀ ਮੁੱਦਿਆਂ 'ਤੇ ਗੱਲ ਨਹੀਂ ਕਰਦੇ, ਜਿੰਦਾਬਾਦ ਮੁਰਦਾਬਾਦ ਕਰਕੇ ਬਾਹਰ ਆ ਜਾਂਦੇ ਹੈ। ਅੱਜ ਮੇਰੇ ਨਾਲ ਪੈਨਲ 'ਤੇ ਜਿਹੜੇ 3 ਮਹਿਮਾਨ ਜੁੜੇ ਨੇ, ਤਿੰਨੇ ਵਿਧਾਇਕ ਨੇ। ਤਿੰਨਾਂ ਵਿਧਾਇਕਾਂ ਨੂੰ ਮੈਂ ਚੇਚੇ ਤੌਰ 'ਤੇ ਜੀ ਆਇਆਂ ਆਖਦਾ। ਔਰ ਜਿਹੜੀ ਸਾਡੇ ਦਰਸ਼ਕਾਂ ਦੇ ਮਨ ਦੀ ਗੱਲ ਹੁੰਦੀ ਹੈ, ਪੰਜਾਬ ਦੇ ਮੁੱਦਿਆਂ 'ਤੇ ਸੰਜੀਦਗੀ ਨਾਲ ਗੱਲ ਕਰਨਗੇ। ਕੁਲਦੀਪ ਸਿੰਘ ਵੈਦ ਕਾਂਗਰਸ ਪਾਰਟੀ ਦੇ ਵਿਧਾਇਕ ਨੇ, ਅਮਨ ਅਰੋੜਾ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ। ਤਿੰਨੇ ਮਹਿਮਾਨਾਂ ਨੂੰ, ਸਾਡੇ MLA ਸਾਹਿਬਾਨ ਨੂੰ ਮੈਂ ਪੈਨਲ 'ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਵੈਸਾ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਜਿੱਦਾਂ ਮੈਂ ਜਿੱਦਾਂ ਮੈਂ ਕਮੈਂਟਸ ਕੀਤੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕੱਲ੍ਹ ਮੀਟਿੰਗ ਲਈ ਹੈ, ਉਹਦੇ 'ਚ ਕੈਬਨਿਟ ਦੇ 3 ਮੰਤਰੀ ਵੀ ਬੈਠੇ ਹੈ, ਮੁੱਖ ਸਕੱਤਰ ਵੀ ਬੈਠੇ ਹੈ। ਕੀ ਲੱਗਦਾ ਹੈ ਕਿ ਜਿਹੜਾ 2-3 ਦਿਨ ਪਹਿਲਾਂ ਇਹ ਮਾਮਲਾ ਉੱਠਿਆ ਸੀਗਾ, ਖਾਸ ਤੌਰ 'ਤੇ ਅਫਸਰਸ਼ਾਹੀ ਦੇ ਵਤੀਰੇ ਨੂੰ ਲੈ ਕੇ ਜਿਹੜੀ ਗੱਲ ਆਈ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਉਸ ਮਾਮਲੇ ਨੂੰ ਠੰਡੇ ਬਸਤੇ 'ਚ ਪਾਉਂਦੇ ਨਜ਼ਰ ਆ ਰਹੇ ਹੈ, ਜਾਂ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ? ਵੈਦ ਸਾਹਿਬ। ਸਿੱਧੂ ਸਾਹਿਬ ਦੇਖੋ, ਜਿਹੜਾ ਇਹ ਮਸਲਾ ਉੱਠਿਆ ਸੀਗਾ, ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਮੌਕੇ 'ਤੇ ਤਾਂ ਮੌਜੂਦ ਨਹੀਂ ਸੀਗਾ, ਲੇਕਿਨ ਜੋ ਕੋਲੀਗਸ ਤੋਂ ਪਤਾ ਲੱਗਿਆ ਤੇ ਨਿਊਜ਼ਪੇਪਰਸ ਤੋਂ ਪਤਾ ਲੱਗਿਆ, ਚੈਨਲ ਤੋਂ ਪਤਾ ਲੱਗਿਆ, ਇਹ ਨਹੀਂ ਸੀ ਹੋਣਾ ਚਾਹੀਦਾ। ਚੀਫ ਸੈਕਟਰੀ ਸਾਹਿਬ ਦਾ ਇੱਕ ਆਪਣਾ ਰੋਲ ਹੁੰਦਾ ਹੈ, ਬਿਊਰੋਕ੍ਰੇਸੀ ਦਾ ਇੱਕ ਆਪਣਾ ਰੋਲ ਹੈ, ਤੇ ਪੋਲੀਟੀਕਲ ਬੰਦਿਆਂ ਦਾ ਤੇ ਸਾਡੀ ਕਾਉਂਸਲ ਆਫ ਮਿਨਿਸਟਰ ਦਾ ਇੱਕ ਵੱਖਰਾ ਰੋਲ ਹੈ। ਹਰ ਵਰਗ ਨੂੰ ਆਪਣੇ ਜਾਬਤੇ ਵਿੱਚ ਰਹਿਣਾ ਚਾਹੀਦਾ। ਮੈਨੂੰ ਲੱਗਦਾ ਕਿ ਸ਼ਾਇਦ ਤਕਰਾਰ ਇਹੋ ਜੀ ਵਧੀ ਜਿਹਦੇ ਨਾਲ ਸਾਡੇ ਮਿਨਿਸਟਰ ਸਾਹਿਬਾਨਾਂ ਨੂੰ ਮੀਟਿੰਗ 'ਚੋਂ ਬਾਹਰ ਆਉਣਾ ਪਿਆ ਤੇ ਇੱਕ ਰੈਜ਼ੋਲੂਸ਼ਨ ਪਾਉਣਾ ਪਿਆ ਕਿ ਅਗਰ ਚੀਫ ਸੈਕਟਰੀ ਸਾਹਿਬ ਮੀਟਿੰਗ 'ਚ ਆਉਣਗੇ ਤਾਂ ਉਹ ਨਹੀਂ ਆਉਣਗੇ। ਪਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਜਾਂ ਜੋ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਉਹ ਬਹੁਤ ਵਧੀਆ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਇਹ ਮਸਲਾ ਜਿਹੜਾ ਹੈ ਇਹ ਸੁਲਝਾ ਲਿਆ ਗਿਆ ਹੈ। ਇਹ ਇੱਕ ਪਰਿਵਾਰ ਦਾ ਮਸਲਾ ਸੀਗਾ। ਮੈਂ ਪਹਿਲਾਂ ਵੀ ਇੱਕ TV ਚੈਨਲ ਦੇ ਇੰਟਰਵਿਊ ਵਿੱਚ ਕਿਹਾ ਸੀ ਕਿ ਕੁਝ ਐਸੇ ਮਸਲੇ ਹੁੰਦੇ ਹੈ ਜਿਹੜੇ ਸਾਨੂੰ ਆਪਣੇ ਪਰਿਵਾਰ 'ਚ ਸੁਲਝਾ ਲੈਣੇ ਚਾਹੀਦੇ ਆ। ਜਿਹੜਾ ਘਰ ਦਾ ਮੁਖੀ ਹੁੰਦਾ, ਪਿਤਾ ਹੁੰਦਾ, ਉਹ ਜਿਹੜੀਆਂ ਪਰਿਵਾਰ ਦੀਆਂ ਸਮੱਸਿਆਵਾਂ ਨੇ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਹਰ ਪਰਿਵਾਰ 'ਚ ਹੁੰਦੀਆਂ ਨੇ। ਆਮ ਆਦਮੀ ਪਾਰਟੀ ਦੇ ਵਿੱਚ ਵੀ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਨੇ, BJP ਦੇ ਵੀ। ਚੰਗਾ ਹੁੰਦਾ ਜੇ ਇਹ ਜਿਹੜੇ ਤੁਹਾਡੇ ਪਰਿਵਾਰਕ ਮਸਲੇ ਬਾਹਰ ਨਾ ਆਉਣ। ਲੇਕਿਨ ਕਈ ਸਾਡੇ MLA ਸਾਹਿਬਾਨਾਂ ਨੇ ਆਪਣਾ ਪ੍ਰਤੀਕਰਮ ਪਬਲਿਕ ਵਿੱਚ ਦਿੱਤਾ। ਇਹ ਉਹਨਾਂ ਦੀ ਸੋਚ ਹੈ, ਇਹ ਉਹਨਾਂ ਦੀ ਆਪਣੀ ਇੱਕ ਥਿੰਕਿੰਗ ਹੈ। ਮੇਰੀ ਸੋਚ ਇਹ ਹੈ ਕਿ ਜਿਹੜਾ ਕੋਈ ਪਰਿਵਾਰ ਦਾ ਮਸਲਾ ਉਹਨੂੰ ਪਰਿਵਾਰ 'ਚ ਨਿਬੇੜ ਲੈਣਾ ਚਾਹੀਦਾ। ਬੜੇ ਮਸਲੇ ਹੁੰਦੇ ਨੇ, ਆਪਣੇ ਪਰਿਵਾਰਾਂ 'ਚ ਵੀ ਹੁੰਦੇ ਨੇ। 2 ਮੁੰਡੇ ਨੇ, ਸਪੋਜ਼ 2 ਕੁੜੀਆਂ ਨੇ ਜਾਂ 1 ਮੁੰਡਾ 1 ਕੁੜੀ ਹੈ, ਬੜੀਆਂ ਜਿਹੜੀ ਓਪੀਨੀਅਨ ਹੈ ਉਹ ਡਿਫਰੈਂਟ ਹੁੰਦੀ ਹੈ। ਜੋ ਡਿਫਰੈਂਸ ਆਫ ਓਪੀਨੀਅਨ ਦੇ ਵਿੱਚ ਜਿਹੜਾ ਹੈਗਾ ਅਸੀਂ ਲੋਕ ਚਲੇ ਜਾਂਦੇ ਹਾਂ, ਕਿਤੇ ਤਕਰਾਰ ਵੱਧ ਜਾਂਦੀ ਹੈ। ਇਹ ਨਹੀਂ ਸੀ ਹੋਣਾ ਚਾਹੀਦਾ, ਬਟ ਇਹ ਮਸਲਾ ਹੁਣ ਸੁਲਝਾ ਲਿਆ ਗਿਆ। ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਵੈਸੇ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਮਸਲਾ ਸੁਲਝਾ ਲਿਆ ਗਿਆ। ਜਿੱਦਾਂ ਤੁਸੀਂ ਪਰਿਵਾਰ ਦੀ ਗੱਲ ਕੀਤੀ ਹੈ, ਬਿਲਕੁਲ ਆਪਣੇ ਨਜ਼ਰੀਏ ਤੋਂ ਤੁਸੀਂ ਠੀਕ ਕਹਿ ਰਹੇ ਹੋ। ਪਰ ਜੇ ਪਰਿਵਾਰ ਪੂਰੇ ਪੰਜਾਬ ਨੂੰ ਚਲਾਉਂਦਾ ਹੋਵੇ, ਆਪਾਂ ਕਿਉਂਕਿ ਸਰਕਾਰ ਦੀ ਗੱਲ ਕਰਦੇ ਹਾਂ, ਚੁਣੇ ਹੋਏ ਨੁਮਾਇੰਦੇ ਸਮੁੱਚੇ ਪੰਜਾਬੀਆਂ ਨੇ ਵੋਟਾਂ ਪਾ ਕੇ ਇੰਨੀ ਵੱਡੀ ਗਿਣਤੀ 'ਚ ਸ਼ਾਇਦ ਹੀ ਕਿਤੇ ਕਾਂਗਰਸ ਨੂੰ ਐਡਾ ਵੱਡਾ ਥਾਪੜਾ ਦਿੱਤਾ ਹੋਵੇ ਜਿੰਨਾ ਪੰਜਾਬ ਦੇ 'ਚ ਕਾਂਗਰਸ ਸਰਕਾਰ ਜਿੱਡੀ ਵੱਡੀ ਬਹੁਮਤ ਦੇ ਨਾਲ ਆਈ ਹੈ। ਉਸ ਬਹੁਮਤ ਵਾਲੇ ਜਦੋਂ ਵਜ਼ੀਰ ਪਬਲਿਕਲੀ ਇਹ ਗੱਲ ਕਹਿਣ ਕਿ ਇਸ ਮੁੱਖ ਸਕੱਤਰ ਦੇ ਨਾਲ ਚੱਲਿਆ ਨਹੀਂ ਜਾ ਸਕਦਾ, ਉਹਨਾਂ ਦੇ ਵਿਧਾਇਕ ਪ੍ਰਗਟ ਸਿੰਘ ਹੁਣੀ ਇਹ ਕਹਿਣ ਕਿ ਇਸ ਮਾਮਲੇ ਦੇ ਉੱਤੇ ਨਿਬੇੜਾ ਹੋਣਾ ਚਾਹੀਦਾ ਹੈ। ਕਾਂਗਰਸ ਪਾਰਟੀ ਦੇ ਕੋਈ ਹੋਰ ਨਹੀਂ, ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਇਹ ਕਹਿਣ ਕਿ ਮੁੱਖ ਸਕੱਤਰ ਨੂੰ ਫੌਰੀ ਤੌਰ 'ਤੇ ਚੱਲਦਾ ਕਰਨਾ ਚਾਹੀਦਾ ਹੈ।
ਸਰ ਉਦੋਂ ਇਹ ਮਾਮਲਾ ਮੈਨੂੰ ਲੱਗਦਾ ਪਰਿਵਾਰਿਕ ਨਹੀਂ ਰਹਿ ਜਾਂਦਾ, ਜਨਤਕ ਮਾਮਲਾ ਬਣ ਗਿਆ। ਵੈਦ ਜੀ ਤੁਸੀਂ ਆਪ ਵੀ ਪ੍ਰਸ਼ਾਸਕੀ ਅਹੁਦਿਆਂ ਤੇ ਬੜੇ ਉੱਚੇ ਅਹੁਦਿਆਂ ਤੇ ਰਹੇ ਹੋ, ਸਾਡਾ ਸਤਿਕਾਰ ਹੈ ਇਸ ਗੱਲ ਦੇ ਲਈ, ਪਰ ਇਹ ਮਾਮਲਾ ਜਿਹੜਾ ਹੈਗਾ ਹੁਣ ਕੋਈ ਪ੍ਰਾਈਵੇਟ ਨਹੀਂ ਰਹਿ ਗਿਆ, ਜਨਤਕ ਮਾਮਲਾ ਬਣ ਗਿਆ। ਜਦੋਂ ਪਾਰਟੀ ਨੇ ਵੱਡੀਆਂ ਧਿਰਾਂ ਵੱਡੇ ਨੇਤਾ ਪਬਲਿਕਲੀ ਆ ਕੇ ਕਹਿਣ ਤਾਂ ਉਹਦੇ 'ਚ ਵਿਰੋਧੀ ਧਿਰਾਂ ਦਾ ਕੋਈ ਕਸੂਰ ਨਹੀਂ, ਇਹ ਤਾਂ ਕਾਂਗਰਸ ਪਾਰਟੀ ਦੇ ਆਪਣੇ ਹੀ ਆਗੂ ਕਹਿ ਰਹੇ ਆ। ਜੀ ਵੈਦ ਸਾਹਿਬ ਨਹੀਂ, ਇਹਦੇ 'ਚ ਸਿੱਧੂ ਸਾਹਿਬ ਕੋਈ ਦੋ ਰਾਮਾ ਨਹੀਂ, ਬੜੇ ਆਗੂਆਂ ਨੇ ਕਿਹਾ, ਤੁਸੀਂ ਬਿਲਕੁਲ ਠੀਕ ਕਿਹਾ, ਸੁਨੀਲ ਜਾਖੜ ਜੀ ਨੇ ਵੀ ਇਹ ਗੱਲ ਕਹੀ ਹੈ, ਲੇਕਿਨ ਹਰ ਮਸਲੇ ਦਾ ਕੋਈ ਨਾ ਕੋਈ ਹੱਲ ਹੈ। ਦੇਖੋ ਕੋਈ ਐਸਾ ਮਸਲਾ ਨਹੀਂ ਹੁੰਦਾ ਜਿਹਦਾ ਹੱਲ ਨਾ ਨਿਕਲੇ। ਮੇਰੇ ਮੁਤਾਬਕ ਕਿ ਇਹ ਜਿਹੜੀ ਸਾਡੀ ਚਾਹੇ ਕਾਉਂਸਲ ਆਫ ਮਿਨਿਸਟਰਸ ਨੇ ਰੈਜ਼ੋਲੂਸ਼ਨ ਪਾਇਆ ਜਾਂ ਚੀਫ ਸੈਕਟਰੀ ਸਾਹਿਬ ਨੇ, ਇਹਦੇ ਵਿੱਚ ਚੀਫ ਮਿਨਿਸਟਰ ਸਾਹਿਬ ਨੇ ਵਿੱਚ ਪੈ ਕੇ ਇਹਦੀ ਅੰਡਰਸਟੈਂਡਿੰਗ ਕਰਵਾ ਦਿੱਤੀ ਹੈ। ਹੁਣ ਇਹ ਕੋਈ ਵੱਡਾ ਮਸਲਾ ਨਹੀਂ ਹੈ, ਨਹੀਂ ਹੋਣਾ ਚਾਹੀਦਾ ਸੀ। ਮੈਂ ਤਾਂ ਪਹਿਲੇ ਦਿਨ ਹੀ ਕਿਹਾ ਕਿ ਇਹੋ ਜਿਹੇ ਲੈਵਲ ਦੇ ਉੱਤੇ ਸਾਰੇ ਸੁਲਝੇ ਹੋਏ ਨੇ, ਸਾਡੀ ਬਿਊਰੋਕ੍ਰੇਸੀ ਵੀ ਸੁਲਝੀ ਹੋਈ ਹੈ, ਸਾਡੇ ਕਾਉਂਸਲ ਆਫ ਮਿਨਿਸਟਰਸ ਨਹੀਂ ਸੀ ਹੋਣਾ ਚਾਹੀਦਾ। ਮੈਂ ਆਪ ਪਹਿਲੀਆਂ ਡਿਬੇਟਸ ਵਿੱਚ ਵੀ ਮੈਂ ਇੱਕ ਪ੍ਰਾਈਵੇਟ ਚੈਨਲ ਨੂੰ ਵੀ ਇਹ ਗੱਲ ਨਹੀਂ ਸੀ ਹੋਣਾ ਚਾਹੀਦਾ, ਇੱਕ ਮਸਲਾ ਉੱਠਿਆ ਸੀ, ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਸ ਮਸਲੇ ਦਾ ਹੱਲ ਕੱਢ ਲਿਆ, ਇਹਨੂੰ ਸੁਲਝਾ ਲਿਆ ਹੈ। ਜੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਬਿਲਕੁਲ, ਮੈਂ ਇੱਕ ਜਿੱਥੋਂ ਤੱਕ ਤੁਸੀਂ ਕਹੀ ਹੈ ਬਿਲਕੁਲ ਇਹਦੇ 'ਚ ਕੋਈ ਦੋ ਰਾਮਾ ਨਹੀਂ। ਸਾਡੀ ਪੰਜਾਬ ਦੇ ਸਾਰੇ ਲੋਕਾਂ ਨੇ ਕਾਂਗਰਸ ਦੇ ਵਿੱਚ ਬਹੁਤ ਵੱਡਾ ਮੈਂਡੇਟ ਦਿੱਤਾ, ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿੱਚ ਬਹੁਤ ਵੱਡਾ ਮੈਂਡੇਟ ਦਿੱਤਾ, ਇਹਦੇ 'ਚ ਕੋਈ ਦੋ ਰਾਮਾ ਨਹੀਂ। ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਅੰਟਾਇਰ ਕੈਬਨਿਟ ਐਂਡ ਪੂਰੀ ਕਾਂਗਰਸ, ਅਸੀਂ ਆਪਣੇ ਲੋਕਾਂ ਦੇ ਜਿਹੜੇ ਵੀ ਅਸੀਂ ਉਹਨਾਂ ਦੇ ਪੂਰੇ ਉਹਦੇ ਤੇ ਉਤਰਾਂਗੇ। ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੋਏਗਾ ਕਿ ਅਸੀਂ ਪਬਲਿਕ ਦੇ ਕੋਈ ਇਹੋ ਜਿਹੀ ਗੱਲ ਹੋਵੇ ਜਿਹਦੇ ਨਾਲ ਸਾਡੀ ਪਬਲਿਕ ਨੂੰ ਹਰਟ ਹੋਣਾ ਪਵੇ, ਇਹੋ ਜਿਹਾ ਕੋਈ ਮਸਲਾ ਨਹੀਂ ਹੋਏਗਾ। ਜੀ ਵੈਸੇ ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਛੋਟਾ ਜਿਹਾ ਜਿਹੜਾ ਹੈਗਾ ਆਨਸਰ ਜ਼ਰੂਰ ਲੈਣਾ ਚਾਹਾਂਗਾ। ਜਿਹੜੀ ਕੱਲ੍ਹ ਦੀ ਵੀਡੀਓ ਕਾਨਫਰੰਸਿੰਗ ਸੀ ਉਹਦੇ ਜਿਹੜੇ ਮਿਨਿਸਟਰ ਸਾਹਿਬਾਨ ਸ਼ਾਮਲ ਹੋਏ ਹੈ, ਕੁਝ MLAs ਵੀ ਮੀਡੀਆ ਜਿੱਦਾਂ ਰਿਪੋਰਟਸ ਆਈਆਂ। ਵੈਦ ਜੀ ਤੁਸੀਂ ਵੀ ਕੱਲ੍ਹ ਦੀ ਵੀਡੀਓ ਕਾਨਫਰੰਸ 'ਚ ਸ਼ਾਮਲ ਸੀ, ਹਿੱਸਾ ਲਿਆ ਤੁਸੀਂ ਵੀ? ਬਿਲਕੁਲ, ਮੈਂ ਉਸ ਵੀਡੀਓ ਕਾਨਫਰੰਸ ਵਿੱਚ ਬੈਠਾ ਜੀ, ਥੋੜੀ ਦੇਰ ਬਿਲਕੁਲ ਮੈਂ ਉਸ ਕਾਨਫਰੰਸ 'ਚ ਬੈਠਾ। ਮੇਰਾ ਨਹੀਂ ਖਿਆਲ ਉਹਦੇ ਵਿੱਚ ਸਾਨੂੰ ਕਿਤੇ ਲੱਗਿਆ ਕਿ ਹਾਂਜੀ ਥੈਂਕ ਯੂ ਵੈਰੀ ਮਚ। ਮੈਂ ਜਾਣਕਾਰੀ ਲਈ ਥੈਂਕ ਯੂ। ਅਮਨ ਜੀ ਤੁਸੀਂ ਕਮੈਂਟਸ ਵੈਦ ਸਾਹਿਬ ਦੇ ਸੁਣੇ ਹੀ ਹੈ। ਪੰਜਾਬ ਦੇ ਜਿਸ ਵੱਡੀ ਪੱਧਰ ਤੇ ਮਾਮਲਾ ਉੱਭਰ ਕੇ ਸਾਹਮਣੇ ਆਇਆ, ਵੈਦ ਸਾਹਿਬ ਨੇ ਕਿਹਾ ਕਿ ਮਾਮਲਾ ਹੁਣ ਨਿਪਟਾ ਲਿਆ ਗਿਆ, ਅਫਸਰਸ਼ਾਹੀ ਦੀ ਵੀ ਕੋਈ ਇਹੋ ਜਿਹੀ ਗੱਲ ਨਹੀਂ, ਸਹਿਮਤੀ ਹੋ ਗਈ ਆ ਸਾਰੇ ਮਾਮਲਿਆਂ ਤੇ, ਮੰਤਰੀ ਸਾਹਿਬਾਨ ਉਹਨਾਂ ਹੀ ਤਨਖਾਹਾਂ ਤੇ ਕੰਮ ਕਰਨਗੇ ਜਿਹੜੀਆਂ ਤੇ ਪਹਿਲਾਂ ਕਰਦੇ ਸੀ। ਜੀ ਅਮਨ ਜੀ। ਨਹੀਂ ਦੇਖੋ, ਚਲੋ ਇਹ ਤਾਂ ਖੈਰ ਚੰਗੀ ਗੱਲ ਹੈ। ਪਹਿਲਾਂ ਤਾਂ ਸਿੱਧੂ ਸਾਹਿਬ ਤੁਹਾਡਾ ਧੰਨਵਾਦ, ਚੈਨਲ ਦਾ ਧੰਨਵਾਦ ਕਿ ਚਲੋ ਅੱਜ ਕੱਲ ਵਿਧਾਨ ਸਭਾ ਦੀਆਂ ਮੀਟਿੰਗਾਂ ਤੇ ਸੈਸ਼ਨ ਤਾਂ ਬੰਦ ਹੈ, ਪਰ ਤੁਸੀਂ ਇਹਨਾਂ ਭਰਾਵਾਂ ਦੇ ਆਪਦੇ ਚੈਨਲ ਦੇ ਜ਼ਰੀਏ ਦਰਸ਼ਨ ਕਰਾ ਦਿੰਦੇ ਹੋ, ਇੱਕ ਹੈਲਦੀ ਡਿਸਕਸ਼ਨ ਹੋ ਜਾਂਦੀ ਹੈ। ਮੈਂ ਸਮਝਦਾ ਕਿ ਚੰਗੀ ਗੱਲ ਹੈ। ਮੁਬਾਰਕਬਾਦ ਦੇ ਪਾਤਰ ਨੇ ਵੈਦ ਸਾਹਿਬ, ਮੁਬਾਰਕਬਾਦ ਦੇ ਪਾਤਰ ਨੇ ਜੀ ਜੇ ਇਹਨਾਂ ਦਾ ਸਮਝੌਤਾ ਹੋ ਗਿਆ, ਕਿਉਂਕਿ ਇਹ ਸਮਝੌਤਾ ਜਿਹੜਾ ਹੁਣ ਇਹ ਠੀਕ ਹੈ ਕਿ ਨੋ ਡਾਊਟ ਮੈਂ ਇਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਹਰੇਕ ਪਾਰਟੀ ਦੇ ਵਿੱਚ, ਹਰੇਕ ਪਰਿਵਾਰ ਦੇ ਵਿੱਚ ਡਿਫਰੈਂਸਿਸ ਨੇ ਜਿਹੜੇ ਉਹ ਹੁੰਦੇ ਨੇ। ਅਕਾਲੀ ਦਲ ਦੇ ਵਿੱਚ ਵੀ ਹੋਣਗੇ, ਆਮ ਆਦਮੀ ਪਾਰਟੀ ਦੇ ਵਿੱਚ ਵੀ ਹੋਣਗੇ, ਹੁੰਦੇ ਰਹੇ ਨੇ ਤੇ ਹੁੰਦੇ ਆਉਣਗੇ, ਉਹ ਕੋਈ ਚੱਕਰ ਨਹੀਂ ਹੈਗਾ। ਸਵਾਲ ਇਹ ਹੈ ਜੀ ਕਿ ਡਿਫਰੈਂਸਿਸ ਤੁਸੀਂ ਆਪਦੇ ਘਰੇ ਬੈਠ ਕੇ ਦੂਰ ਕਰ ਲਓ ਤਾਂ ਉਹ ਅੱਡ ਗੱਲ ਹੈ। ਤੁਸੀਂ ਕਿਸੇ ਦੇ ਵਿਆਹ ਦੇ ਵਿੱਚ ਜਾਂ ਕਿਸੇ ਦੇ ਭੋਗ ਦੇ ਵਿੱਚ ਜਾਂ ਕਿਸੇ ਦੇ ਫੰਕਸ਼ਨ ਦੇ ਵਿੱਚ ਜਾ ਕੇ, ਹੁਣ ਅੱਜ ਪੰਜਾਬ ਦੇ ਵਿੱਚ ਫਾਇਰ ਫਾਈਟਿੰਗ ਮੋਡ ਦੇ ਵਿੱਚ ਹੈ, ਜਦ ਕਰੋਨਾ ਨਾਲ ਲੜਾਈ ਲੜ ਰਹੇ ਹਾਂ, ਆਰਥਿਕ ਮੰਦਹਾਲੀ ਦੇ ਨਾਲ ਲੜਾਈ ਲੜ ਰਹੇ ਹਾਂ, ਅਜਿਹੇ ਥਾਵਾਂ ਦੇ ਉੱਪਰ ਜਾ ਕੇ ਜੇ ਪਰਿਵਾਰ ਦੇ ਮੈਂਬਰ ਖਲਾਰਾ ਪਾ ਲੈਣਗੇ ਤੇ ਮੈਂ ਸਮਝਦਾ ਕਿ ਬਹੁਤੀ ਸੈਂਸੀਬਲ ਗੱਲ ਨਹੀਂ ਹੈਗੀ। ਦੂਜੀ ਗੱਲ ਇਹਨਾਂ ਨੇ ਕੀਤੀ ਕਿ ਮਸਲਾ ਹੱਲ ਹੋ ਗਿਆ, ਮੈਂ ਸਮਝਦਾ ਚਲੋ ਚੰਗੀ ਗੱਲ ਹੈ, ਮੁਬਾਰਕਬਾਦ ਦੇ ਪਾਤਰ ਨੇ। ਪਰ ਇਹ ਉਹਦੀ ਮੈਂ ਸਮਝਦਾ ਕਿ ਜੇ ਇਹ ਹੋ ਹੀ ਗਿਆ ਤਾਂ ਵੈਦ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੇ 3 ਵਜ਼ੀਰਾਂ ਨੇ, ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ, ਚਲੋ ਉਹਨਾਂ ਦੇ ਅਨਫੋਰਚੂਨੇਟਲੀ ਉਹਨਾਂ ਦੇ ਨਾਲ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਦੇ ਆ ਕਿ ਉਹਨਾਂ ਦੇ ਫਾਦਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਚੜ੍ਹਾਈ ਕਰ ਗਏ ਨੇ। ਉਹ ਚਰਨਜੀਤ ਚੰਨੀ ਜੀ ਔਰ ਸੁਖਜਿੰਦਰ ਰੰਧਾਵਾ ਜੀ ਜੇ ਆਪਦੇ ਮੂੰਹੋਂ ਕਹਿ ਦੇਣ ਤੇ ਮੇਰੇ ਖਿਆਲ ਥੋੜਾ ਜਿਹਾ ਬੈਟਰ ਹੋ ਜਾਊਗਾ। ਇਹ ਜਿਹੜੀ ਤੁਸੀਂ ਜਗਤਾਰ ਜੀ ਤੁਹਾਨੂੰ ਨਾ ਕਾਂਗਰਸ ਦੀ ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਵੇ ਆਫ ਫੰਕਸ਼ਨਿੰਗ ਹੈ, ਵਰਕਿੰਗ ਹੈ, ਉਹ ਤੁਹਾਨੂੰ ਥੋੜੀ ਜਿਹੀ ਸਮਝਣੀ ਪੈਣੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਤਿਕਾਰ ਕਰਦਾ, ਇੰਡੀਵਿਜੂਅਲੀ ਉਹ ਬਹੁਤ ਚੰਗੇ ਇਨਸਾਨ ਹੋਣਗੇ, ਪਰ ਜਦੋਂ ਗਵਰਨੈਂਸ ਦੀ ਗੱਲ ਆ ਜਾਂਦੀ ਹੈ, ਸਰਕਾਰ ਚਲਾਉਣ ਦੀ ਗੱਲ ਆ ਜਾਂਦੀ ਹੈ, ਤੇ ਤੁਸੀਂ 2002 ਤੋਂ 7 ਤੱਕ ਦਾ ਵੀ ਦੇਖੋਗੇ ਕਿ ਉਹਨਾਂ ਦੀ ਇਸੇ ਵਰਕਿੰਗ ਸਟਾਈਲ ਦੇ ਅਗੇਂਸਟ ਉਸ ਸਮੇਂ ਵੀ 32 MLAs ਨੂੰ ਲੈ ਕੇ ਬੀਬੀ ਰਜਿੰਦਰ ਕੌਰ ਭੱਠਲ ਦਿੱਲੀ ਬੈਠੇ ਰਹੇ ਸੀਗੇ 2.5 ਮਹੀਨੇ। ਡੈਡਲੌਕ ਹੋਇਆ ਪਿਆ ਸੀਗਾ, ਪੰਜਾਬ ਦਾ ਬੁਰਾ ਹਾਲ ਹੋ ਗਿਆ ਸੀ ਉਹਨਾਂ 2.5 ਮਹੀਨਿਆਂ ਦੇ ਵਿੱਚ।
ਹੁਣ ਵੀ ਇਹਨਾਂ 3 ਸਾਲਾਂ ਦੇ ਵਿੱਚ ਜਦੋਂ ਦੇਖਦੇ ਹੋ ਤੁਸੀਂ, ਕਦੇ ਬਾਗੀ ਸੁਰਾਂ ਪ੍ਰਤਾਪ ਬਾਜਵਾ ਜੀ ਤੋਂ ਆ ਰਹੀਆਂ ਨੇ, ਕਦੇ ਦੁੱਲੋ ਸਾਹਿਬ ਤੋਂ ਆ ਰਹੀਆਂ ਨੇ, ਕਦੇ ਬਾਗੀ ਸੁਰਾਂ ਨੇ ਜਿਹੜੀਆਂ ਨਵਜੋਤ ਸਿੰਘ ਸਿੱਧੂ ਤੋਂ ਆ ਰਹੀਆਂ ਨੇ, ਕਦੇ ਪ੍ਰਗਟ ਸਿੰਘ ਹੋਣਾ ਤੋਂ ਆ ਰਹੀਆਂ ਨੇ, ਕਦੇ ਸੁਨੀਲ ਜਾਖੜ ਜੀ ਹੋਣਾ ਤੋਂ ਆ ਰਹੀਆਂ ਨੇ, ਔਰ ਕਦੇ ਮਨਪ੍ਰੀਤ ਬਾਦਲ ਜੀ, ਚੰਨੀ ਜੀ ਔਰ ਸੁਖਜਿੰਦਰ ਰੰਧਾਵਾ ਤੋਂ ਆ ਰਹੀਆਂ ਨੇ। ਇਹ ਗੱਲ ਹੈ ਜਿਹੜੀ ਇਹ ਠੀਕ ਹੈ ਕਿ ਅੱਜ ਹੁਣ ਕੱਲ ਇਹਨਾਂ ਨੇ ਉਹ ਜਿਹੜਾ ਮੈਸਅਪ ਕਰ ਲਿਆ ਕੈਪਟਨ ਅਮਰਿੰਦਰ ਸਿੰਘ ਨੇ ਨਾ ਆ ਕੇ, ਉਸ ਦਿਨ ਜੋ ਖਲਾਰਾ ਪਿਆ ਉਹਨੇ ਉਹਨੂੰ ਸਮੇਟਣ ਦੀ ਤਿਆਰੀ ਦੇ ਵਿੱਚ ਉਹ ਕਹਿੰਦੇ ਨਾ, ਮੈਂ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਕਿ ਸਾਰੇ ਮੇਰੇ ਸਤਿਕਾਰਯੋਗ ਨੇ, ਵੀ ਜਾਂ ਬੁਰਕੀ ਜਾਂ ਘੁਰਕੀ, ਵੀ ਜਾਂ ਟਕਾ ਲਓ ਤੇ ਨਹੀਂ ਥੋੜੀ ਜਿਹੀ ਡਾਂਗ ਦਿਖਾ ਲਓ। ਹੁਣ ਉਹ ਜਿਹੜੇ ਪਹਿਲਾਂ ਸੌਫਟ ਸੀਗੇ ਉਹਨਾਂ ਨੂੰ 3 ਨੂੰ ਮੀਟਿੰਗ 'ਚ ਬੁਲਾ ਲਿਆ, 2-3 ਨੂੰ 4 ਨੂੰ ਫੇਰ ਬੁਲਾ ਲੈਣਗੇ। ਇੰਨੇ ਹੌਲੀ ਹੌਲੀ ਮਸਲਾ ਜਿਹੜਾ ਉਹ ਠੰਡੇ ਬਸਤੇ 'ਚ ਪੈ ਜਾਊਗਾ, ਰੌਲੇ ਦਾ ਵੀ, ਡਿਸਪਿਊਟ ਦਾ ਵੀ, ਔਰ ਜਿਹੜਾ ਪੰਜਾਬ ਦੇ ਮਾਲੀਏ ਦੇ ਨੁਕਸਾਨ ਦੀ ਬਹੁਤ ਵੱਡੀ ਗੱਲ ਕੀਤੀ ਸੀਗੀ। ਅੱਜ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਇਸ਼ੂ ਉਸ ਦਿਨ ਕੀ ਸੀਗਾ ਕਿ ਜੀ ਪੰਜਾਬ ਦੇ ਐਕਸਾਈਜ਼ ਡਿਪਾਰਟਮੈਂਟ ਨੇ ਦੀ ਅਣਗਹਿਲੀ ਦੀ ਵਜ੍ਹਾ ਕਰਕੇ, ਚੀਫ ਸੈਕਟਰੀ ਦੀ ਵਜ੍ਹਾ ਕਰਕੇ ਇੰਨੇ 100 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਸਰਕਾਰ ਦਾ ਹੋ ਗਿਆ। ਅੱਜ ਤੋਂ 4 ਦਿਨ ਪਹਿਲਾਂ ਐਕਸਾਈਜ਼ ਡਿਪਾਰਟਮੈਂਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਕਹਿਤਾ ਵੀ ਜਿਹੜੇ ਐਮਐਲਏ ਜਾਂ ਮੰਤਰੀ ਕਹਿ ਰਹੇ ਨੇ ਵੀ 600 ਕਰੋੜ ਦਾ ਨੁਕਸਾਨ ਹੋ ਗਿਆ, ਉਹਦੇ 'ਚ ਕੋਈ ਦਮ ਨਹੀਂ ਹੈਗਾ। ਕਿਸੇ ਇੱਕ ਨੇ, ਜਿੰਨਿਆਂ ਨੇ ਟਵੀਟ ਕੀਤੇ ਸੀਗੇ, ਚਾਹੇ ਕੋਈ ਮੰਤਰੀ ਚਾਹੇ ਐਮਐਲਏ ਹੈ, ਕਿਸੇ ਨੇ ਮੁੜ ਕੇ ਇਹ ਨਹੀਂ ਪੁੱਛਿਆ ਹੈਗਾ ਵੀ ਭਾਈ ਅਸੀਂ ਜੋ ਗੱਲ ਕਹਿ ਰਹੇ ਹਾਂ, ਅਸੀਂ ਲੋਕਾਂ ਦੇ 2-2 ਲੱਖ ਦੇ ਨੁਮਾਇੰਦੇ ਆ, ਤੁਸੀਂ ਕਿਵੇਂ ਇਹ ਗੱਲ ਕਹਿ ਸਕਦੇ ਹੋ? ਨਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ, ਨਾ ਪੰਜਾਬ ਦੇ ਲੋਕਾਂ ਨੂੰ ਸਫਾਈ ਦਿੱਤੀ। ਤੁਸੀਂ ਸਿਰਫ ਔਰ ਸਿਰਫ ਜਗਤਾਰ ਜੀ ਇਸ ਤਰੀਕੇ ਦੀ ਪੋਲਿਟਿਕਸ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਹੈਗੀ ਜੀ, ਵੀ ਸਿਰਫ ਤੁਸੀਂ ਆਪਦੀ ਈਗੋ ਸੈਟੀਸਫਾਈ ਦੇ ਲਈ ਇੱਕ ਟਾਈਮ ਤੁਸੀਂ ਸੀਐਸ ਨੂੰ ਟਾਰਗੇਟ ਕਰ ਲਿਆ ਤੇ ਮੁੜ ਕੇ ਉਹਦੇ ਨਾਲ ਤੁਸੀਂ ਮੀਟਿੰਗਾਂ ਦੇ ਵਿੱਚ ਬੈਠਣ ਲੱਗ ਗਏ। ਸੋ ਇਸ ਕਰਕੇ ਇਹ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਤਹਿਤ ਹੁੰਦਾ ਹੈ। ਆ 10-20 ਦੇ ਵਿੱਚ ਦਿਨਾਂ ਦੇ ਵਿੱਚ ਦੇਖੋਗੇ, ਜੇ ਤਾਂ ਕੋਈ ਬਹੁਤ ਹੀ ਸਖਤ ਸਟੈਂਡ ਵਾਲਾ ਤੇ ਆਪਦੇ ਸਟੈਂਡ ਤੇ ਖੜਨ ਵਾਲਾ ਹੋਇਆ ਮੰਤਰੀਆਂ ਚੋਂ ਜਾਂ ਐਮਐਲਏ ਚੋਂ, ਤਾਂ ਸ਼ਾਇਦ ਪੋਜੀਸ਼ਨ ਕੋਈ ਹੋਰ ਬਣ ਜੇ। ਨਹੀਂ ਤੁਹਾਨੂੰ ਤੁਸੀਂ ਦੇਖ ਲਿਓ ਵੀ ਸਾਰਿਆਂ ਨੂੰ ਹੌਲੀ ਹੌਲੀ ਕਿਸੇ ਨੂੰ ਨਰਮੀ ਨਾਲ, ਕਿਸੇ ਨੂੰ ਗਰਮੀ ਨਾਲ ਢਾਲ ਲੈਣਾ। ਪਰ ਅਲਟੀਮੇਟਲੀ ਮੈਂ ਨਹੀਂ ਕਹਿੰਦਾ ਹੈਗਾ ਵੀ ਇਹਨਾਂ ਦੇ ਘਰ 'ਚ ਕਲੇਸ਼ ਪਵੇ ਜਾਂ ਪੌੜਾ ਪਵੇ। ਮੈਂ ਚਾਹੁੰਦਾ ਵੀ ਸਰਕਾਰ ਹੈ ਜਿਹੜੀ ਉਹ ਸਮੂਥਲੀ ਚੱਲੇ, ਤਾਂ ਕਿ ਪੰਜਾਬ ਦੀ ਇਕਨੋਮੀ ਨੂੰ ਵੀ ਤੇ ਕਰੋਨਾ ਨੂੰ ਨਾਲ ਵੀ ਆਪਾਂ ਚੰਗੇ ਤਰੀਕੇ ਨਾਲ ਸੰਭਾਲ ਸਕੀਏ। ਪਰ ਸਵਾਲ ਇਹ ਹੈ ਕਿ ਅਜਿਹੇ ਹਾਲਾਤਾਂ ਦੇ ਵਿੱਚ ਇਹ ਸਿਚੁਏਸ਼ਨਸ ਬਣਦੀਆਂ ਕਿਉਂ ਨੇ, ਇਹ ਰਾਈਜ਼ ਕਿਉਂ ਹੁੰਦੀਆਂ ਨੇ, ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਤੇ ਉਹਨੂੰ ਤੁਸੀਂ ਕਨਕਲੂਜਨ ਤੱਕ 600 ਕਰੋੜ ਦੇ ਤੁਸੀਂ ਨਾ, ਅਸੀਂ ਤਾਂ ਕਹਿੰਦੇ 6000 ਕਰੋੜ ਦਾ ਹਰ ਸਾਲ ਨੁਕਸਾਨ ਹੁੰਦਾ ਹੈ, ਇਹ ਕਹਿੰਦੇ ਨੇ 600 ਕਰੋੜ ਦਿੰਦੇ। ਚਲੋ 600 ਕਰੋੜ ਨੂੰ ਵੀ ਕਿਸੇ ਤਣ ਪੱਤਣ ਤਾਂ ਲਾਓਗੇ ਨਾ, ਜਾਂ ਬਿਨਾਂ ਤਣ ਪੱਤਣ ਲਾਏ ਵੀ ਹਾਂ ਹੁਣ ਸਾਡਾ ਰੌਲਾ ਰੱਪਾ ਮੁੱਕ ਗਿਆ ਜੀ, ਹੁਣ ਅਸੀਂ ਇਕੱਠੇ ਸਾਰੇ। ਸੋ ਇਸ ਕਰਕੇ ਇਹ ਹਲਕੇ ਦਰਜੇ ਦੀ ਮੈਂ ਵਿੱਚੋਂ ਸਵਾਲ ਲੈਣਾ ਚਾਹੁੰਦਾ ਜੀ। ਅਮਨ ਜੀ ਇੱਕ ਸਵਾਲ ਲੈਣਾ ਚਾਹੁੰਦਾ। ਬਿਲਕੁਲ, ਜਦੋਂ ਆਪਾਂ ਐਮਐਲਏਸ ਦੀ ਗੱਲ ਕਰਦੇ ਹਾਂ, ਹਾਕਮ ਧਿਰ ਦੇ ਆਪਾਂ ਜਿਹੜੇ ਜੁੜੇ ਹੋਏ ਮੰਤਰੀ ਆ ਉਹਨਾਂ ਦੀ ਗੱਲ ਕਰਦੇ ਹਾਂ, ਉਹਨਾਂ ਮੁੱਦਿਆਂ ਤੇ ਮੈਂ ਗੱਲ ਇਹਨਾਂ ਨਾਲ ਕਰਾਂਗਾ। ਪਰ ਮੈਂ ਤੁਹਾਡੇ ਕੋਲੋਂ ਵੀ ਜਿਹੜਾ ਹੈਗਾ ਸਵਾਲ ਲੈਣਾ ਚਾਹੁੰਦਾ। ਤੁਸੀਂ ਵਿਰੋਧੀ ਧਿਰ ਦੇ ਨੇਤਾ ਹੈਗੇ ਹੋ, ਜਦੋਂ ਐਡਾ ਵੱਡਾ ਕਪਲਾ ਤੁਸੀਂ ਕਹਿ ਰਹੇ ਹੋ ਸਾਹਮਣੇ ਆ ਗਿਆ, ਕਿ ਐਡੇ ਵੱਡੇ ਕਪਲੇ ਤੇ ਵਿਰੋਧੀ ਧਿਰ ਵੀ ਆਪਣੀ ਕੋਈ ਭੂਮਿਕਾ ਨਿਭਾਏਗੀ ਕਿ ਜਾਂ ਕੇਵਲ ਜਿਹੜਾ ਆਪਾਂ ਮੀਡੀਆ ਤੱਕ ਹੀ ਸੀਮਿਤ ਰਹਾਂਗੇ? ਜੀ ਅਮਨ ਜੀ। ਤੁਸੀਂ ਜਗਤਾਰ ਜੀ, ਤੁਸੀਂ ਮੈਨੂੰ ਮੇਰੀ ਬੇਨਤੀ ਸੁਣੋ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਜੇ ਅੱਜ ਤੱਕ ਸ਼ਰਾਬ ਮਾਫੀਆ ਨੂੰ ਐਕਸਪੋਜ਼ ਕਰਨ ਦੀ, ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਲਿਕਰ ਕਾਰਪੋਰੇਸ਼ਨ ਬਣਾਵਾਂਗੇ। ਅਸੀਂ 2018 ਦੇ ਵਿੱਚ, 19 ਦੇ ਵਿੱਚ, 20 ਦੇ ਵਿੱਚ ਮੇਰੇ ਦੋਨੋਂ ਵੀਰ ਗਵਾਹ ਨੇ। ਮੈਂ ਸਰਕਾਰ ਨੂੰ ਤੇ ਸਪੀਕਰ ਸਾਹਿਬ ਨੂੰ ਲਿਕਰ ਕਾਰਪੋਰੇਸ਼ਨ ਦਾ ਬਿੱਲ ਬਣਾ ਕੇ ਦੇ ਕੇ ਆਇਆ, ਜਿਹਨੂੰ ਸਪੀਕਰ ਸਾਹਿਬ ਨੇ ਡਸਟਬਿਨ ਦੇ ਵਿੱਚ ਔਰ ਸਰਕਾਰ ਨੇ ਡਸਟਬਿਨ ਦੇ ਵਿੱਚ ਸੁੱਟ ਦਿੱਤਾ। ਉਹਦੀ ਗੌਰ ਨਹੀਂ ਫਰਮਾਈ ਹੈਗੀ। ਹੁਣ ਉਸ ਤੋਂ ਬਾਅਦ ਅੱਕ ਕੇ, ਦੁਖੀ ਹੋ ਕੇ ਮੈਂ ਫਰਵਰੀ 2020 ਦੇ ਵਿੱਚ ਮੈਂ ਇੱਕ 300 ਪੇਜਾਂ ਦੀ ਆਰਟੀਏ ਦੇ ਨਾਲ ਖੁਲਾਸਾ ਕੀਤਾ, ਜਿਹਦੇ ਵਿੱਚ ਮੌਜੂਦਾ ਤੇ ਪਿਛਲੀ ਸਰਕਾਰ ਦੇ ਕਈ ਦਿੱਗਜ ਲੀਡਰਾਂ ਦੀਆਂ, ਡਿਸਟਿਲਰੀਆਂ ਦੇ, ਉਹਨਾਂ ਦੇ ਠੇਕਿਆਂ ਦੀਆਂ ਫਰਮਾਂ ਦੇ, ਉਹਨਾਂ ਦੇ ਨਾਮ ਬੋਲਦੇ ਨੇ, ਕੁਝ ਵੱਡੇ ਵਪਾਰਕ ਘਰਾਣਿਆਂ ਦੇ ਵੀ ਬੋਲਦੇ ਨੇ। ਅਸੀਂ ਇਹ ਮੰਨ ਕੇ ਚੱਲਦੇ ਹਾਂ। ਔਰ ਉਹ ਜਿਹੜੀਆਂ ਮੈਨੂੰ FIR ਮਿਲੀਆਂ ਉਹ ਮਹਿਜ਼ 5 ਜਾਂ 7% ਨੇ 9 ਮਹੀਨੇ ਦੀਆਂ 2018 ਦੀਆਂ। 90% ਕੰਮ ਬਿਨਾਂ ਫੜੇ, ਬਿਨਾਂ ਸਰਕਾਰ ਦੀ ਧਿਆਨ ਦੇ ਵਿੱਚ ਆਏ ਜਾਂ ਰਿਕਾਰਡ ਦੇ ਵਿੱਚ ਆਏ ਉਹ ਹੋਈ ਜਾਂਦਾ ਹੈ। ਹਰ ਸਾਲ ਤਕਰੀਬਨ 5 ਤੋਂ 6000 ਕਰੋੜ ਦਾ ਨੁਕਸਾਨ ਹੈ ਜਿਹੜਾ ਮਾਲੀਏ ਦਾ, ਉਹ ਸ਼ਰਾਬ ਦਾ ਪੰਜਾਬ ਦੇ ਵਿੱਚ ਹੋ ਜਾਂਦਾ। ਤੇ ਬੜੇ ਈਜ਼ੀਲੀ ਇਹਨੂੰ ਡਿਟੈਕਟ ਕੀਤਾ ਜਾ ਸਕਦਾ ਜਦੋਂ ਤੁਸੀਂ ਬਾਕੀ ਦੀਆਂ ਸਟੇਟਸ ਨੇ ਜਿਹੜੀਆਂ, ਚਾਹੇ ਹਰਿਆਣਾ ਹੈ, ਚਾਹੇ ਤੇਲੰਗਾਨਾ, ਚਾਹੇ ਕਰਨਾਟਕ ਹੈ, ਜੋ ਤੁਸੀਂ ਉਹਨਾਂ ਦੇ ਰੈਵਨਿਊ, ਐਕਸਾਈਜ਼ ਰੈਵਨਿਊ ਦੇ ਨਾਲ ਤੁਸੀਂ ਕੰਪੈਰੀਜ਼ਨ ਕਰਦੇ ਹੋ ਤੇ ਉਸੇ ਦਾ ਬੜੀ ਭਲੀਭਾਂਤੀ ਅੰਦਾਜ਼ਾ ਲੱਗ ਜਾਂਦਾ ਹੈ। ਜਦੋਂ ਹੁਣ ਮੈਨੂੰ ਕੰਪਲੀਟ ਕਰ ਲੈਣ ਦਿਓ। ਜਦੋਂ ਅਸੀਂ ਇਹ ਗੱਲ ਲੰਮੇ ਸਮੇਂ ਤੋਂ ਚੱਕਦੇ ਆ ਰਹੇ ਹਾਂ, ਉਹ ਗੱਲ ਪਬਲਿਕ ਦੇ ਵਿੱਚ ਜੱਜ ਗਈ ਤੇ ਉਸੇ ਗੱਲ ਨੂੰ ਕਾਂਗਰਸ ਪਾਰਟੀ ਦੇ 12 MLA ਨੇ ਵੀ ਚੱਕਿਆ।
ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ, ਪ੍ਰਗਟ ਸਿੰਘ ਜੀ ਕਹਿ ਰਹੇ ਨੇ, ਉਹ ਤਾਂ ਕਾਂਗਰਸ ਦੇ ਨੇ ਕਿ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਰਿਹਾ, ਕਾਰਪੋਰੇਸ਼ਨ ਬਣਨੀ ਚਾਹੀਦੀ ਹੈ। ਅਸੀਂ ਤਾਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ, ਪਰ ਉਦੋਂ ਸ਼ਾਇਦ ਤੁਸੀਂ ਮੀਡੀਆ ਵਾਲਿਆਂ ਨੇ ਜਾਂ ਲੋਕਾਂ ਨੇ ਉਹਨੇ ਸੀਰੀਅਸਲੀ ਨਹੀਂ ਲਿਆ, ਕਿਉਂਕਿ ਇਹ ਮੰਨ ਲਿਆ ਜਾਂਦਾ ਕਿ ਆਪੋਜੀਸ਼ਨ ਦਾ ਤਾਂ ਕੰਮ ਹੀ ਐਲੀਗੇਸ਼ਨ ਲਾਉਣਾ ਹੁੰਦਾ ਹੈ। ਹੁਣ ਤਾਂ ਸਰਕਾਰ ਦੇ ਆਪ ਦੇ ਨੁਮਾਇੰਦੇ ਕਹੀ ਜਾਂਦੇ ਨੇ ਕਿ ਬਹੁਤ ਵੱਡੀ ਲੁੱਟ ਮੱਚੀ ਹੋਈ ਹੈ, ਤਾਂ ਕਰਕੇ ਇਹ ਫੋਰਫਰੰਟ ਦੇ ਉੱਪਰ ਆ ਗਿਆ। ਸੋ ਚਾਹੇ ਬਿਜਲੀ ਦਾ ਮੁੱਦਾ ਹੈ, ਬਿਜਲੀ ਦੇ ਨਾਂ ਤੇ ਡਾਕੇ ਪੈ ਰਹੇ ਨੇ, ਚਾਹੇ ਸ਼ਰਾਬ ਦੇ ਨਾਂ ਤੇ ਡਾਕੇ ਪੈ ਰਹੇ ਨੇ, ਔਰ ਚਾਹੇ ਇਸ ਤੋਂ ਪਹਿਲਾਂ ਜਿਹੜੇ ਰੇਤ ਦੇ ਨਾਂ ਤੇ ਡਾਕੇ ਪੈ ਰਹੇ ਸੀ। ਜੇ ਤਿੰਨਾਂ ਘਪਲਿਆਂ ਨੂੰ, ਤਿੰਨਾਂ ਘਟਾਲਿਆਂ ਨੂੰ ਕੋਈ ਫੋਰਫਰੰਟ ਦੇ ਵਿੱਚ, ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆਇਆ, ਤਾਂ ਅਸੀਂ ਆਮ ਆਦਮੀ ਪਾਰਟੀ ਲੈ ਕੇ ਆਈ ਹੈ। ਜੀ ਅਮਨ ਜੀ, ਬਿਲਕੁਲ ਜਿਹੜਾ ਹੈਗਾ ਤੁਸੀਂ ਮੀਡੀਆ ਦੇ ਕਮੈਂਟਸ ਕੀਤੇ ਹੈ, ਸਾਰੇ ਮੀਡੀਆ ਨੂੰ ਆਪਾਂ ਇੱਕੋ ਰਸੇ ਨਹੀਂ ਬਣ ਸਕਦੇ, ਮੀਡੀਆ ਦੇ ਕਿਸਾ ਉਹ ਨਹੀਂ ਬਣ ਸਕਦੇ ਜੀ, ਪਰ ਅਸੀਂ ਲੰਮੇ ਸਮੇਂ ਤੋਂ ਸਿੱਧੂ ਸਾਹਿਬ, ਅਸੀਂ ਲੰਮੇ ਸਮੇਂ ਤੋਂ ਇਸ ਇਸ਼ੂ ਨੂੰ ਚੱਕਦੇ ਆ ਰਹੇ ਹਾਂ। ਅਸੀਂ ਲੰਮੇ ਸਮੇਂ ਤੋਂ ਸਿੱਧੂ ਸਾਹਿਬ ਇਸ ਇਸ਼ੂ ਨੂੰ ਚੱਕਦੇ ਆ ਰਹੇ ਹਾਂ, ਪਰ ਉਦੋਂ ਸ਼ਾਇਦ ਕਿਉਂਕਿ ਜਦੋਂ ਆਪਦੇ ਘਰੋਂ ਆਵਾਜ਼ ਉੱਠਦੀ ਹੋਵੇ ਕਾਂਗਰਸ ਦੇ ਐਮਐਲਏ ਮੰਤਰੀਆਂ ਦੀ, ਤੇ ਉਸ ਗੱਲ ਦੇ ਵਿੱਚ ਵਜ਼ਨ ਡੈਫੀਨੇਟਲੀ ਵੱਧ ਜਾਂਦਾ ਹੈ। ਓਕੇ, ਥੈਂਕ ਯੂ ਵੈਰੀ ਮਚ ਅਮਨ ਜੀ। ਹਰਿੰਦਰਪਾਲ ਜੀ, ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਇਸ ਮੁੱਦੇ ਤੇ ਇਸ ਮਾਮਲੇ ਨੂੰ ਉਠਾ ਰਿਹਾ ਹੈ। ਜਿਸ ਤਰੀਕੇ ਨਾਲ ਕੈਬਨਿਟ ਮੰਤਰੀਆਂ ਦਾ ਤੇ ਮੁੱਖ ਸਕੱਤਰ ਦਾ ਆਪਸ ਵਿੱਚ ਟਕਰਾਅ ਵਧਿਆ ਹੈ, ਜਿੱਦਾਂ ਹੁਣ ਵੈਦ ਜੀ ਨੇ ਕਿਹਾ ਕਿ ਮਾਮਲਾ ਨਿਪਟ ਗਿਆ, ਦੂਜੇ ਪਾਸੇ ਅਮਨ ਜੀ ਨੇ ਆਬਕਾਰੀ ਦੇ ਬਹੁਤ ਵੱਡੇ ਮੁੱਦੇ ਨੂੰ ਉਠਾਇਆ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਲੁੱਟਿਆ ਜਾ ਰਿਹਾ, ਘਾਟਾ ਪੈ ਰਿਹਾ। ਇਸ ਨਜ਼ਰੀਏ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਹਰਿੰਦਰਪਾਲ ਜੀ? ਸਿੱਧੂ ਸਾਹਿਬ, ਜਿਹੜੀ ਗੱਲ ਵੈਦ ਸਾਹਿਬ ਨੇ ਕਹੀ ਆ ਵੀ ਪਰਿਵਾਰਕ ਮਸਲਾ ਸੀ, ਨਿਬੜ ਗਿਆ। ਪਹਿਲੀ ਗੱਲ ਤਾਂ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ, ਵਿਵਾਦ ਨੇ, ਇਹ ਆਪਣੀ ਪਾਰਟੀ ਫੋਰਮ ਦੇ ਉੱਤੇ ਨਿਬੇੜਨ, ਹਰ ਪਾਰਟੀਆਂ ਨਿਬੇੜਦੀਆਂ। ਹਰ ਪਾਰਟੀ ਦੇ ਵਿੱਚ ਮੈਂ ਸਮਝਦਾ ਵਿਵਾਦ ਜਾਂ ਵਿਚਾਰਾਂ ਦਾ ਡਿਫਰੈਂਸ ਆਫ ਓਪੀਨੀਅਨ ਕੰਸਟਰਕਟਿਵ ਹੋਵੇ, ਪਾਰਟੀ ਨੂੰ ਵੀ ਅੱਗੇ ਵਧਾਉਂਦਾ, ਪਰ ਉਹ ਪਰਿਵਾਰਕ ਹੋਊਗਾ, ਕਾਂਗਰਸ ਦਾ ਅੰਦਰੂਨੀ ਹੋਊਗਾ। ਪਰ ਪੰਜਾਬ ਦੀ ਕੈਬਨਿਟ ਦਾ ਜਿਹੜਾ ਮਸਲਾ ਹੋਊਗਾ ਉਹ ਪਰਿਵਾਰਕ ਨਹੀਂ ਹੈਗਾ, ਉਹ ਪੰਜਾਬ ਦੇ ਲੋਕਾਂ ਦਾ ਮਸਲਾ। ਤੇ ਨੰਬਰ 1 ਨੰਬਰ 2, ਅੱਜ ਸਵਾਲ ਇਹ ਆ, ਵੈਦ ਸਾਹਿਬ ਨੇ ਇੱਕ ਵਰਡ ਵਰਤਿਆ, ਮੈਂ ਬਹੁਤ ਧਿਆਨ ਨਾਲ ਸੁਣਿਆ ਤੇ ਨੋਟ ਕੀਤਾ। ਇਹਨਾਂ ਨੇ ਕਿਹਾ ਵੀ ਅੰਡਰਸਟੈਂਡਿੰਗ ਹੋ ਗਈ, ਮਤਲਬ ਇਹ ਸਾਰੇ ਵਿਵਾਦ ਦੀ ਜਿਹੜੀ ਅੰਡਰਸਟੈਂਡਿੰਗ ਹੋ ਗਈ। ਕਿ ਰਾਜੇ ਵੜਿੰਗ ਦਾ ਜਿਹੜਾ ਟਵੀਟ ਸੀਗਾ, ਅਸੀਂ ਤਾਂ ਐਕਸਪੈਕਟ ਕਰ ਰਹੇ ਸੀਗੇ ਵੀ ਵੈਦ ਸਾਹਿਬ ਦਾ ਵੀ ਜਲਦੀ ਉਹ ਟਵੀਟ ਆਊਗਾ, ਤੇ ਇਹ ਕਹਿੰਦੇ ਅੰਡਰਸਟੈਂਡਿੰਗ ਹੋ ਗਈ। ਚਲੋ, ਅੰਡਰਸਟੈਂਡਿੰਗ ਦੇ ਵਿੱਚ ਰਾਜਾ ਵੜਿੰਗ ਜੀ ਦੇ 600 ਕਰੋੜ ਰੁਪਏ ਦੇ ਜਿਹੜਾ ਮੁੱਖ ਸਕੱਤਰ ਦੇ ਉੱਤੇ ਇਲਜ਼ਾਮ ਲਾਇਆ, ਉਹਦੀ ਕੀ ਅੰਡਰਸਟੈਂਡਿੰਗ ਹੋਈ ਆ? ਨੰਬਰ 1। ਨੰਬਰ 2, ਜਿਹੜਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਵੀ ਪੰਜਾਬ ਨੂੰ ਅਫਸਰਸ਼ਾਹੀ ਲੁੱਟ ਕੇ ਖਾ ਗਈ, ਉਹਦੀ ਕੀ ਅੰਡਰਸਟੈਂਡਿੰਗ ਹੋਈ ਆ? ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅਫਸਰਸ਼ਾਹੀ ਦੇ ਅੱਗੇ ਜਿਵੇਂ ਮੰਤਰੀਆਂ ਨੇ ਸਰੈਂਡਰ ਕੀਤਾ, ਉਹ ਬਹੁਤ ਵੱਡੀ, ਮੈਂ ਸਮਝਦਾ ਇੱਕ ਡੈਮੋਕ੍ਰੇਸੀ ਨੂੰ ਢਾਹ ਹੈ। ਇਸ ਤੋਂ ਚੰਗਾ ਚੀਫ ਸੈਕਟਰੀ ਸਾਹਿਬ ਨੂੰ ਕਹਿੰਦੇ ਹੋ ਵੀ ਤੁਸੀਂ ਚਲੇ ਜਾਓ। ਤੀਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਵੈਦ ਸਾਹਿਬ, ਸਭ ਤੋਂ ਵੱਡੀ ਅਹਿਮ ਗੱਲ ਆ, ਦੇਖੋ ਪੰਜਾਬ ਦੁਨੀਆ 'ਚ, ਹਿੰਦੁਸਤਾਨ ਦੇ ਕਿਸੇ ਕੋਨੇ 'ਚ ਦੰਗੇ ਹੋਏ ਹੋਣ, ਪਰ ਪੰਜਾਬ ਦੀ ਇੱਕ ਖਾਸੀਅਤ ਆ, ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ, ਜਿੰਨੇ ਅਸੀਂ ਪੈਨਲਿਸਟ ਆ, ਹਰ ਪੰਜਾਬੀ ਨੂੰ ਮਾਣ ਆ ਵੀ ਪੰਜਾਬ ਦੇ ਵਿੱਚ ਕਦੇ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਅਸੀਂ ਲੜੇ ਨਹੀਂ। ਸਾਡੇ ਲੋਕ ਸੁਲਝੇ ਹੋਏ ਲੋਕ ਨੇ। ਪਰ ਪੰਜਾਬ ਕੈਬਨਿਟ ਦਾ ਇੱਕ ਵਜ਼ੀਰ ਕਵੇ, ਸਰਦਾਰ ਚਰਨਜੀਤ ਸਿੰਘ ਚੰਨੀ, ਉਹਦੇ ਕਿਵੇਂ ਆਪਾਂ ਅੰਡਰਸਟੈਂਡਿੰਗ ਕਰਾਂਗੇ ਵੀ ਦੰਗੇ ਫਸਾਦ ਹੋ ਜਾਣੇ ਸੀਗੇ ਜੇ ਲੋਕਡਾਊਨ ਨਾ ਹੁੰਦਾ। ਸੋ ਮੈਂ ਸਮਝਦਾ ਅੱਜ ਤੁਸੀਂ ਦਲਿਤ ਭਾਈਚਾਰੇ ਦੇ ਨਾਂ ਤੇ, ਗਰੀਬ ਲੋਕਾਂ ਦੇ ਨਾਂ ਤੇ ਦੰਗੇ ਫਸਾਦ ਦੀਆਂ ਗੱਲਾਂ ਇੱਕ ਕੈਬਨਿਟ ਮੰਤਰੀ, ਮਤਲਬ ਪੰਜਾਬ ਸਰਕਾਰ ਕਹਿ ਰਹੀ ਆ, ਉਹ ਕਰ ਰਿਹਾ ਹੋਵੇ। ਮੈਂ ਸਮਝਦਾ ਵੀ ਜਦੋਂ ਲੋੜਵੰਦ ਲੋਕ ਰਾਸ਼ਨ ਲਈ ਤਰਸ ਰਹੇ ਸੀ, ਉਦੋਂ ਕਿਉਂ ਨਹੀਂ ਤੁਸੀਂ ਗਰੀਬਾਂ ਦੀ ਗੱਲ ਕੀਤੀ? ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜਦੋਂ ਐਡੇ ਵੱਡੇ ਬਿਜਲੀ ਦੇ ਬਿੱਲ ਉਹਨਾਂ ਦੇ ਹੱਥਾਂ 'ਚ ਫੜਾਏ ਜਾ ਰਹੇ ਸੀ, ਉਦੋਂ ਕਿਉਂ ਨਹੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਗਰੀਬਾਂ ਦੇ ਹੱਕ ਦੇ ਵਿੱਚ ਦਾ ਨਾਰਾ ਮਾਰਿਆ? ਕਹਿਣ ਤੋਂ ਭਾਵ ਵੀ ਜਿਹੜੇ ਬੋਲੇ ਜਾ ਚੁੱਕੇ ਨੇ, ਇਹਨਾਂ ਤੇ ਅੰਡਰਸਟੈਂਡਿੰਗ ਨਹੀਂ, ਇਹਨਾਂ ਤੇ ਜਵਾਬ ਜਿਹੜਾ ਹੈਗਾ ਜਾਣਨਾ ਚਾਹੁੰਦੀ ਆ ਪੰਜਾਬ ਦੀ ਲੋਕਾਂ ਦਾ ਹੱਕ ਆ, ਜਿਨ੍ਹਾਂ ਨੇ ਸਰਕਾਰ ਚੁਣੀ ਆ, ਵੀ ਉਹ ਅੰਡਰਸਟੈਂਡਿੰਗ ਕੀ ਹੋਈ ਆ। ਇਹ ਲੁਕੋ ਕੇ ਨਹੀਂ ਰੱਖਣੀ ਚਾਹੀਦੀ, ਇਹ ਉਜਾਗਰ ਕਰਨੀ ਚਾਹੀਦੀ ਆ। ਦੂਜੀ ਗੱਲ ਮੈਂ ਸਮਝਦਾ ਜ਼ਰੂਰੀ ਆ ਕਿ ਅੱਜ ਜਦੋਂ ਪੰਜਾਬ ਇੱਕ ਲੜਾਈ ਲੜ ਰਿਹਾ ਜਿੱਥੇ ਕਰੋਨਾ ਦੇ ਅਗੇਂਸਟ, ਉੱਥੇ ਠੀਕ ਕਿਹਾ ਅਮਨ ਅਰੋੜਾ ਜੀ ਨੇ ਵੀ ਸਾਡੇ ਸਾਹਮਣੇ ਇਕਨੋਮੀ ਦੀ ਰਿਵਾਈਵਲ ਆ, ਜਿਹੜੀ ਅਸੀਂ ਅਗਲੇ ਸਮੇਂ ਵਿੱਚ ਕਿਵੇਂ ਅੱਗੇ ਵਧਣਾ, ਕਿਵੇਂ ਗੱਡੀ ਤੇ ਲੈ ਕੇ ਆਣੀ, ਉਹ ਇੱਕ ਵੱਡਾ ਚੈਲੰਜ ਆ। ਤੇ ਉਹਦੇ ਫੈਸਲੇ ਕਿਹਨੇ ਲੈਣੇ ਹੁੰਦੇ ਨੇ? ਕੈਬਨਿਟ ਨੇ ਲੈਣੇ ਹੁੰਦੇ ਨੇ। ਜੇ ਕੈਬਨਿਟ ਵਿੱਚ ਹੀ ਇਤਫਾਕ ਨਹੀਂ ਹੋਊਗਾ ਤਾਂ ਕੈਬਨਿਟ ਮੀਟਿੰਗ ਬੁਲਾਉਣੀ, ਮੈਂ ਸਮਝਦਾ ਅੱਜ ਸੀਐਮ ਸਾਹਿਬ ਲਈ ਔਖਾ ਹੋਇਆ। ਤੇ ਕਿਵੇਂ ਮੈਂ ਸਮਝਦਾ ਐਸੇ ਸਮੇਂ ਦੇ ਵਿੱਚ ਕੈਬਨਿਟ ਇੱਕ ਚੰਗੇ ਫੈਸਲੇ ਲਊਗੀ। ਦੂਜੀ ਗੱਲ ਜਿਹੜੀ ਅਮਨ ਅਰੋੜਾ ਜੀ ਨੇ ਕਹੀ ਆ, ਹਰਿੰਦਰਪਾਲ ਜੀ ਇੱਕ ਸਵਾਲ ਇੱਕ ਸਵਾਲ ਲੈਣਾ ਚਾਹੁੰਦਾ। ਇੱਕ ਮਿੰਟ ਮੈਂ ਕੰਪਲੀਟ ਕਰ ਲੈਣਾ ਜੀ ਗੱਲ। ਜਿਹੜੀ ਅਮਨ ਅਰੋੜਾ ਜੀ ਨੇ ਗੱਲ ਕਹੀ ਆ ਨਾ, ਦੇਖੋ ਅਮਨ ਅਰੋੜਾ ਜੀ ਕਹਿਣ, ਵੈਦ ਸਾਹਿਬ ਕਹਿਣ, ਮੈਂ ਕਹਾਂ, ਇਹ ਸਾਡੇ ਆਪਣੇ ਓਪੀਨੀਅਨ ਹੋ ਸਕਦੇ ਨੇ, ਪਰ ਜਿਹੜੇ ਅੰਕੜੇ ਨੇ ਐਕਸਾਈਜ਼ ਦੇ, ਖਾਸ ਤੌਰ ਦੇ ਉੱਤੇ ਲਿਕਰ ਦੇ, ਉਹ ਕੁਝ ਹੋਰ ਬੋਲਦੇ ਨੇ ਕਿ ਕਿਸ ਤਰੀਕੇ ਦੇ ਨਾਲ 1300 ਸਮਥਿੰਗ ਤੇ ਛੱਡੀ ਹੋਈ ਜਿਹੜੀ 2007 ਦੇ ਵਿੱਚ ਸੀ,
ਉਹ ਤੁਸੀਂ 5000 ਕਰੋੜ ਦੇ ਨੇੜੇ ਤੇੜੇ ਉਹ ਐਕਸਾਈਜ਼ ਦੀ ਰੈਵਨਿਊ ਕਲੈਕਸ਼ਨ ਲੈ ਗਏ। ਮੈਂ ਸਮਝਦਾ ਇਹ ਆਪਣੇ ਆਪ ਫਿਰ ਉਹ ਹੁਣ ਫੇਰ ਦੁਬਾਰਾ ਘਟ ਕੇ ਇਹ 9 ਮਹੀਨਿਆਂ 'ਚ ਤਾਂ ਸਿਰਫ 3500 ਕਰੋੜੇ ਹੋਈ ਆ, ਉਹ ਫੇਰ ਘਟ ਗਈ, ਬਹੁਤ ਵੱਡਾ ਡਾਊਨਫਾਲ ਆਇਆ। ਸੋ ਇਹ ਮੈਂ ਸਮਝਦਾ ਜਦੋਂ ਐਕਸਾਈਜ਼ ਰੈਵਨਿਊ ਸਾਡਾ ਵੱਧ ਰਿਹਾ ਸੀ ਤਾਂ ਅਸੀਂ ਕਹਿ ਸਕਦੇ ਹਾਂ ਵੀ ਉਸ ਸਮੇਂ ਮਾਫੀਆ ਨਹੀਂ ਸੀਗਾ, ਉਸ ਸਮੇਂ ਸਾਨੂੰ ਕਲੈਕਸ਼ਨ ਆ ਰਹੀ ਸੀ। ਪਰ ਜਿਹੜਾ ਹੁਣ ਘਟ ਰਿਹਾ ਇਹਦਾ ਮਤਲਬ ਸ਼ਰਾਬ ਦੇ ਰੇਟ ਵੀ ਵਧੇ ਆ ਤੇ ਰੈਵਨਿਊ ਕਲੈਕਸ਼ਨ ਘਟ ਰਹੀ ਆ ਕਿਤੇ ਨਾ ਕਿਤੇ। ਇਹ ਸ਼ੰਕੇ ਨਹੀਂ, ਇਹ ਰਿਕਾਰਡ ਬੋਲਦਾ ਵੀ ਰੈਵਨਿਊ। ਦੂਜੀ ਗੱਲ ਜਿਹੜੀ ਕਾਰਪੋਰੇਸ਼ਨ ਦੀ ਗੱਲ ਆ, ਕਾਰਪੋਰੇਸ਼ਨਾਂ ਤਾਂ ਪਹਿਲੇ ਹੀ ਪੰਜਾਬ 'ਚ ਬਹੁਤ ਨੇ, ਜਿਹੜੀਆਂ ਹੈਗੀਆਂ ਉਹ ਸਾਰੀਆਂ ਘਾਟੇ 'ਚ ਜਾ ਰਹੀਆਂ। ਜੇ ਇੱਕ ਹੋਰ ਬਣਾ ਲਾਂਗੇ, ਮੈਂ ਸਮਝਦਾ ਗੱਲ ਤਾਂ ਇਹ ਆ ਵੀ ਜਿਹੜੀ ਆ ਚੋਰ ਬਜ਼ਾਰੀ ਹੁੰਦੀ ਆ, ਜਿਹੜੀ ਬਲੈਕ ਮਾਰਕੀਟਿੰਗ ਹੁੰਦੀ ਆ, ਇਹਨੂੰ ਡਿਪਾਰਟਮੈਂਟ ਵੀ ਸਾਂਭ ਸਕਦਾ, ਇਹਨੂੰ ਭਾਵੇਂ ਕਾਰਪੋਰੇਸ਼ਨ ਬਣਾ ਕੇ ਸਾਂਭ ਲਓ। ਹੁਣ ਕਰਨਾਟਕਾ ਦੀ ਗੱਲ ਕੀਤੀ ਆ, ਕਰਨਾਟਕਾ ਦੀਆਂ ਲਗਭਗ ਸਾਰੀਆਂ ਕਾਰਪੋਰੇਸ਼ਨਾਂ ਮੁਨਾਫੇ ਵਿੱਚ ਨੇ, ਸਾਰੀਆਂ, ਭਾਵੇਂ ਉਹ ਐਗਰੋ ਕਾਰਪੋਰੇਸ਼ਨ ਆ, ਆਪਣੀ ਐਗਰੋ ਕਾਰਪੋਰੇਸ਼ਨ ਬੰਦ ਹੋਣ ਦੇ ਕਿਨਾਰੇ ਤੇ ਆ। ਹਰ ਸਟੇਟ ਦੀ ਆਪਣੀ ਆਪਣੀ ਡਿਫਰੈਂਟ ਸਿਚੁਏਸ਼ਨ ਹੁੰਦੀ ਆ। ਸੋ ਮੈਂ ਸਮਝਦਾ ਜੇ ਸਾਂਭਣਾ ਚਾਹੀਏ ਰੈਵਨਿਊ ਕਲੈਕਸ਼ਨ ਨੂੰ, ਜੇ ਇਹੀ ਐਕਸਾਈਜ਼ ਡਿਪਾਰਟਮੈਂਟ ਪਿਛਲੇ 10 ਸਾਲਾਂ 'ਚ ਰੈਵਨਿਊ ਵਧਾ ਸਕਦਾ ਸੀਗਾ ਤੇ ਮੈਂ ਸਮਝਦਾ ਵੀ ਹੁਣ ਵੀ ਇਹ ਵੱਧ ਸਕਦਾ ਸੀ। ਪਰ ਜਦੋਂ ਰਿਫਾਈਨਰੀਆਂ ਵਿਧਾਇਕਾਂ ਦੀ ਸਰਪ੍ਰਸਤੀ ਥੱਲੇ ਜਾਲੀ ਸ਼ਰਾਬ ਦੇ ਦੌਰ ਐਸੇ ਅਹਿਮ ਮਾਮਲਾ ਹੈ ਹਰਿੰਦਰਪਾਲ ਜੀ, ਅਹਿਮ ਮਾਮਲਾ ਹੈ। ਮੇਰੀ ਮਜਬੂਰੀ ਹੈ ਬ੍ਰੇਕ ਦੀ, ਮੈਂ ਇਸੇ ਮੁੱਦੇ ਤੇ ਆ ਰਿਹਾ ਤੁਹਾਡੇ ਵੱਲ, ਇਸੇ ਮੁੱਦੇ ਤੇ ਆ ਰਿਹਾ, ਇਸੇ ਮੁੱਦੇ ਤੇ ਵਾਪਸ ਆ ਰਹੇ ਹਾਂ। ਮੇਰੀ ਮਜਬੂਰੀ ਹੈ ਬ੍ਰੇਕ ਦੀ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਸਾਡੇ ਨਾਲ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਬੈਜ ਜੀ, ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਨੇਤਾ ਅਮਨ ਅਰੋੜਾ ਜੀ, ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਤੇ ਵਿਧਾਇਕ ਹਰਿੰਦਰਪਾਲ ਸਿੰਘ, ਤਿੰਨੇ ਇਹਨਾਂ ਮੁੱਦਿਆਂ ਤੇ ਜੁੜੇ ਹੋਏ ਆ। ਆਪਾਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਕਰ ਰਹੇ ਹਾਂ ਚਰਚਾ ਬਗੈਰ ਕਿਸੇ ਲੱਗ ਲਪੇਟ ਦੇ। ਛੋਟੀ ਜਿਹੀ ਬ੍ਰੇਕ ਤੇ ਇਹਨਾਂ ਦੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ ਹੈ। ਆਪਾਂ ਚਰਚਾ ਕਰ ਰਹੇ ਹਾਂ ਪੰਜਾਬ ਦੀ ਮੌਜੂਦਾ ਆਰਥਿਕ ਤੇ ਰਾਜਸੀ ਸਥਿਤੀ ਦੇ ਉੱਤੇ। ਹਰਿੰਦਰਪਾਲ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ, ਮੈਂ ਇੱਕ ਸਵਾਲ ਜਿਹੜਾ ਅੱਗੇ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਲੈਣਾ ਚਾਹਾਂਗਾ। ਫਿਰ ਵੈਸ ਸਾਹਿਬ ਲਈ ਕਾਫੀ ਸਵਾਲ ਇਕੱਠੇ ਹੋ ਗਏ, ਮੈਂ ਉਹਨਾਂ ਨਾਲ ਵੀ ਗੱਲ ਕਰਨੀ ਹੈ। ਤੁਹਾਡਾ ਆਪਣਾ ਜ਼ਿਲ੍ਹਾ ਹਰਿੰਦਰਪਾਲ ਜੀ, ਉਸ ਜ਼ਿਲ੍ਹੇ 'ਚ ਇੱਕ ਡਿਸਟਿਲਰੀ ਫੜੀ ਗਈ ਹੈ। ਉਹ ਡਿਸਟਿਲਰੀ ਕੋਰੋਨਾ ਵਾਇਰਸ ਦੇ ਚੱਲਦਿਆਂ 1.5-2 ਮਹੀਨੇ ਜਿਹੜਾ ਹੈਗਾ ਲੋਕਡਾਊਨ ਰਿਹਾ। ਉਹ 2 ਮਹੀਨਿਆਂ ਦੇ 'ਚ ਅਮਨ ਜੀ ਵੀ ਪਰੇ ਥੋੜ੍ਹਾ, ਉਹਨਾਂ ਦੇ ਵੀ ਸ਼ਾਇਦ ਗੁਆਂਢ 'ਚ ਹੀ ਪੈਂਦੀ ਹੋਵੇ। ਇਹ ਡਿਸਟਿਲਰੀ, ਇਹੋ ਜਿਹੀਆਂ ਡਿਸਟਿਲਰੀਆਂ ਐਡੇ ਵੱਡੇ ਪੱਧਰ 'ਤੇ ਪੰਜਾਬ ਦੇ 'ਚ ਧੋਖੇ ਹੋ ਰਹੇ ਹੈ, ਇਹ ਕੀ ਕਿਤੇ ਫੜੀਆਂ ਨਹੀਂ ਜਾ ਸਕਦੀਆਂ ਜਾਂ ਸਿੱਧੇ ਤੌਰ 'ਤੇ ਰਾਜਸੀ ਪੁਸ਼ਤ ਪਨਾਹੀ ਹੈ? ਵਿਰੋਧੀ ਤਰ੍ਹਾਂ ਕਿਉਂ ਨਹੀਂ ਇਸ ਮੁੱਦੇ 'ਤੇ ਪਹਿਲਾਂ ਕਿਉਂ ਨਹੀਂ ਬੋਲੀਆਂ? ਹੁਣ ਕਿਉਂਕਿ ਡਿਸਟਿਲਰੀ ਫੜੀ ਗਈ ਹੈ ਤਾਂ ਆਪਾਂ ਗੱਲ ਇਸ ਮੁੱਦੇ 'ਤੇ ਕਰ ਰਹੇ ਹਾਂ। ਹਰਿੰਦਰਪਾਲ ਜੀ। ਨਹੀਂ ਸਿੱਧੂ ਸਾਹਿਬ, ਮੈਂ ਸਮਝਦਾ ਪੰਜਾਬ ਦੀ ਹਰ ਸਿਆਸੀ ਪਾਰਟੀ ਬੋਲੀ ਆ। ਕਾਂਗਰਸ ਦੇ ਅੰਦਰੂਨੀ ਤੌਰ ਦੇ ਉੱਤੇ ਇਹਦਾ ਗੱਲਾਂ ਜਗਜ਼ਾਹਰ ਹੋਈਆਂ ਨੇ ਕਿ ਰੈਵਨਿਊ ਘਟ ਰਿਹਾ, ਆਪਣੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਦਾਰੂ ਸਮਗਲਿੰਗ ਕੀਤੀ ਜਾ ਰਹੀ ਆ। ਇਹ ਤਾਂ ਗੱਲਾਂ ਮੈਂ ਸਮਝਦਾ ਇੱਕ ਵਾਰ ਨਹੀਂ, ਸਾਰਾ ਪੰਜਾਬ ਹੀ ਇਸ ਗੱਲ ਤੇ ਬੋਲਦਾ ਰਿਹਾ। ਪਰ ਗੱਲ ਇਹ ਆ ਵੀ ਜਿਹੜੀ ਆ ਡਿਸਟਿਲਰੀ ਫੜੀ ਗਈ ਆ, ਵੈਸਾ ਮੈਂ ਤੁਹਾਨੂੰ ਬੇਨਤੀ ਕਰਦਾ, ਵੈਸਾ ਦਾ ਬਹੁਤ ਤਜਰਬਾ, ਇੱਕ ਵਧੀਆ ਇਨਸਾਨ ਨੇ ਇਹ, ਕਿ ਇਹ ਜ਼ਹਿਰ ਬਣਾ ਰਹੇ ਸੀਗੇ। ਇਹ ਜਿਹੜੇ ਤੁਸੀਂ ਆਪ ਇਸ ਤਰੀਕੇ ਨਾਲ ਤਿਆਰ ਕਰ ਰਹੇ ਹੋ, ਇਹ ਜੇ ਕੋਈ ਮਾੜੀ ਜੀ ਗਲਤੀ ਪਤਾ ਨਹੀਂ ਕਿੰਨੀਆਂ ਸੈਂਕੜੇ ਜਾਨਾਂ ਤੱਕ ਵੀ ਲੈ ਸਕਦੀ ਸੀਗੀ। ਰੈਵਨਿਊ ਲਾਸ ਤਾਂ ਹੈ ਹੀ ਹੈ, ਪਰ ਲੋਕਾਂ ਦੀ ਜਾਨ ਨਾਲ ਵੀ ਖਿਲਵਾੜ ਕੀਤਾ ਜਾ ਰਿਹਾ ਸੀਗਾ। ਤੇ ਸਭ ਤੋਂ ਵੱਡੀ ਗੱਲ, ਡਿਸਟਿਲਰੀ ਚਲਾਉਣ ਵਾਲੇ ਕੌਣ ਸੀਗੇ? ਮੈਂ ਸਮਝਦਾ ਵੀ ਉਹਨੇ ਸਾਨੂੰ ਹੋਰ ਵੀ ਸ਼ਰਮਸਾਰ ਕਰਕੇ ਰੱਖਿਆ। ਸੀਐਮ ਸਾਹਿਬ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਵਿਧਾਇਕ ਦਾ ਨਾਂ ਲੱਗ ਰਿਹਾ ਹੋਵੇ ਡਿਸਟਿਲਰੀ ਚਲਾਉਣ ਦੇ ਵਿੱਚ, ਇਸ ਤੋਂ ਵੱਡੀ ਸ਼ਰਮਸਾਰ ਗੱਲ ਹੋਰ ਕੀ ਹੋ ਸਕਦੀ ਆ? ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਸ ਡਿਸਟਿਲਰੀ ਦੀ ਸਰਪ੍ਰਸਤੀ ਉਹ ਚਲਾ ਰਿਹਾ ਹੋਵੇ, ਇਸ ਤੋਂ ਵੱਡੀ ਸ਼ਰਮਸਾਰ ਗੱਲ ਹੋਰ ਕੀ ਹੋ ਸਕਦੀ ਆ? ਬਲਾਚੌਰ ਦੇ ਵਿੱਚ ਜਿਹੜੀ ਫੜੀ ਗਈ ਆ ਜਾਲੀ ਫੈਕਟਰੀ, ਉਹਦੇ ਵਿੱਚ ਐਮਐਲਏ ਦਾ ਨਾਂ ਲੱਗ ਰਿਹਾ ਹੋਵੇ। ਮੈਂ ਸਮਝਦਾ ਇਹ ਆਪਣੇ ਆਪ 'ਚ ਸਾਡੇ ਸਿਸਟਮ ਦੇ ਅੱਗੇ ਬਹੁਤ ਵੱਡਾ ਚੈਲੰਜ ਆ। ਖਾਸ ਤੌਰ ਦੇ ਉੱਤੇ ਅਸੀਂ ਜਿਹੜੇ ਲੋਕ ਬੈਠਦੇ ਹਾਂ, ਚੁਣੇ ਹੋਏ ਨੁਮਾਇੰਦੇ ਬੈਠਦੇ ਹਾਂ, ਭਾਵੇਂ ਕਿਸੇ ਪਾਰਟੀ ਦਾ ਵੀ ਹੋਵੇ, ਲੋਕ ਸਾਰਿਆਂ ਨੂੰ ਹੀ ਬੜੇ ਸ਼ੱਕ ਦੀ ਨਜ਼ਰ ਨਾਲ ਤੇ ਬੜੀ ਗਲਤ ਨਜ਼ਰ ਦੇ ਨਾਲ ਵੇਖਣ ਲੱਗ ਜਾਂਦੇ ਆ ਵੀ ਜਦੋਂ ਭਾਵੇਂ ਇੱਕ ਨਿਕਲੇ ਤਾਂ ਸਾਰੇ ਕਿਤੇ ਨਾ ਕਿਤੇ ਉਹਦੇ ਲਪੇਟੇ 'ਚ ਆ ਜਾਂਦੇ ਨੇ। ਇਹ ਮੈਂ ਸਮਝਦਾ ਸੀਐਮ ਸਾਹਿਬ ਨੂੰ ਮਿਸਾਲ ਪੈਦਾ ਕਰਨੀ ਚਾਹੀਦੀ ਆ ਫੌਰੀ ਤੌਰ ਦੇ ਉੱਤੇ, ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਨੇ ਦੇਖੋ ਫੜਨੀਆਂ ਕਿਹਨੇ ਸੀ, ਜਾਂ ਐਕਸਾਈਜ਼ ਡਿਪਾਰਟਮੈਂਟ ਫੜ ਸਕਦਾ ਸੀ ਜਾਂ ਹੋਮ ਡਿਪਾਰਟਮੈਂਟ ਫੜ ਸਕਦਾ ਸੀ। ਦੋਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਨੇ। ਹੁਣ ਫੇਲੀਅਰ ਨੂੰ ਕੌਣ ਜੱਜ ਕਰੂਗਾ? ਵੀ ਡਿਪਾਰਟਮੈਂਟ ਦੀ ਫੇਲੀਅਰ ਨੂੰ ਕੌਣ ਜੱਜ ਕਰੂਗਾ? ਇੰਡੀਪੈਂਡੈਂਟ ਜਿਹੜੀ ਇਨਕੁਆਇਰੀ ਆ, ਇਹ ਸਾਰੇ ਮਸਲੇ ਦੀ ਹੋਣੀ ਚਾਹੀਦੀ ਆ ਮੈਂ ਸਮਝਦਾ। ਜੀ ਵੈਸਾ ਤੋਂ ਆਪਾਂ ਚਾਹ ਲੈਂਦੇ ਹਾਂ। ਵੈਸਾ ਤੁਸੀਂ ਅਰੋੜਾ ਜੀ ਦੇ ਵੀ ਹਰਿੰਦਰਪਾਲ ਜੀ ਦੇ ਕਮੈਂਟਸ ਤਾਂ ਸੁਣੇ ਆ। ਇੱਕ ਤਾਂ ਜਿਹੜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ 3 ਮੰਤਰੀਆਂ ਨੇ ਵਿਰੋਧ ਕੀਤਾ ਸੀ ਕਿ ਉਹ ਮੰਤਰੀਆਂ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਹੈ, ਮੰਤਰੀ ਸਹਿਮਤ ਨੇ ਇਸ ਗੱਲ ਦੇ ਨਾਲ ਕਿ ਵੀ ਹੁਣ ਇਹ ਮਾਮਲਾ ਨਿਬੜ ਗਿਆ। ਦੂਜਾ ਆਬਕਾਰੀ ਦਾ ਜੀ ਤੋਂ ਲੈ ਕੇ ਐਡਾ ਵੱਡਾ ਖਲਾਰਾ ਪਿਆ।
ਜਿਹਦੇ ਬਾਰੇ ਅਕਾਲੀ ਦਲ ਕਹਿ ਰਿਹਾ, ਆਮ ਆਦਮੀ ਕਹਿ ਰਹੀ ਹੈ ਕਿ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਗਿਆ, ਡਿਸਟਿਲਰੀਆਂ ਚੱਲ ਰਹੀਆਂ। ਇਹਨਾਂ ਮੁੱਦਿਆਂ ਤੇ ਪੰਜਾਬੀ ਜਵਾਬ ਮੰਗਦੇ ਆ। ਵੈਸੇ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਖਾਸ ਤੌਰ ਤੇ ਤੁਸੀਂ ਪਟਿਆਲੇ 'ਚ ਵੀ ਪ੍ਰਸ਼ਾਸਕ ਦੇ ਤੌਰ ਤੇ ਰਹੇ ਹੋ ਜਿੱਥੋਂ ਡਿਸਟਿਲਰੀ ਫੜੀ ਗਈ ਹੈ। ਵੈਸ ਸਾਹਿਬ ਦੇਖੋ ਸਿੱਧੂ ਸਾਹਿਬ, ਚੋਰ ਨੂੰ ਫੜਨਾ ਚਾਹੀਦਾ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਡੇ 1 ਤੋਂ ਪਾਲਿਸੀ ਰਹੀ ਹੈ, ਜ਼ੀਰੋ ਟੋਲਰੈਂਸ। ਇੱਕ ਐਗਜ਼ਾਮਪਲ ਨਹੀਂ, ਹਜ਼ਾਰਾਂ ਹੀ ਐਗਜ਼ਾਮਪਲ ਨੇ ਜਿਹੜੀਆਂ ਜਿੱਦਾਂ ਦੀ ਸਾਡੀ ਸਰਕਾਰ ਬਣੀ ਹੈ ਉਸ ਦਿਨ ਦੀ ਕਿੰਨੀ ਚੋਰੀ ਫੜੀ ਗਈ ਹੈ, ਚਾਹੇ ਉਹ ਬਿਜਲੀ ਦੀ ਸੀ, ਚਾਹੇ ਉਹ ਇਹ ਜਿਹੜੀ ਤੁਸੀਂ ਸ਼ਰਾਬ ਦੀ ਗੱਲ ਕਰਦੇ ਹੋ, ਇਹ ਜਿਹੜੀ ਡਿਸਟਿਲਰੀ ਦੀ ਤੁਸੀਂ ਗੱਲ ਕੀਤੀ ਹੈ, ਜੇ ਕੋਈ ਨਜਾਇਜ਼ ਬੰਦਾ ਚਲਾ ਰਿਹਾ ਸੀ, ਗਲਤ ਚਲਾ ਰਿਹਾ ਸੀ, ਜਿਹੜੀ ਚੰਦੂ ਮਾਜਰਾ ਸਾਹਿਬ ਨੇ ਕਹੀ ਹੈ ਗੱਲ, ਜਿਹੜੀ ਇਹ MLA ਜਾਂ ਗੱਲ ਕਰਦੇ ਆ, ਮੈਂ ਹਾਲੇ ਕਿਉਂਕਿ ਇਹਦੇ ਵਾਸਤੇ ਹਾਲੇ ਕੋਈ ਅਥੈਂਟਿਸਿਟੀ ਨਹੀਂ, ਮੈਂ ਤੁਹਾਡੇ ਚੈਨਲ ਦੇ ਥਰੂ ਜਿਹੜੀ ਇਹ ਚੰਦੂ ਮਾਜਰਾ ਸਾਹਿਬ ਗੱਲ ਕਹਿੰਦੇ ਆ, ਇਸ ਤਰ੍ਹਾਂ ਦਾ ਹਾਲੇ ਤੱਕ ਕੋਈ ਮਸਲਾ ਨਹੀਂ ਆਇਆ ਕਿ ਕੋਈ MLA ਇਹਦੇ 'ਚ ਇਨਵੋਲਡ ਹੈ। ਹਾਂ, ਮੈਂ ਆਪਣੇ ਲੈਵਲ ਦੇ ਉੱਤੇ ਜ਼ਰੂਰ ਕਹਿਣਾ, ਜੇ ਸਾਡੀ ਸਰਕਾਰ ਦਾ ਕੋਈ ਨੁਮਾਇੰਦਾ ਇਨਵੋਲਵ ਹੈ ਤੇ ਕੈਪਟਨ ਅਮਰਿੰਦਰ ਸਿੰਘ ਉਹਨੂੰ ਫ੍ਰੀ ਨਹੀਂ ਕਰਨਗੇ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਪਿੱਛੇ ਜੇ ਬਹੁਤ ਵੱਡੀ ਅਮਾਉਂਟ ਦੇ ਵਿੱਚ ਮਿਸਟਰ ਮਸੀਹ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੀ ਫੈਕਟਰੀ ਫੜੀ ਗਈ ਚਿੱਟੇ ਦੀ, ਡਰੱਗਸ ਦੀ, ਉਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ ਗਈ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਐਕਸਾਈਜ਼ ਪਾਲਿਸੀ ਸੀ ਉਹਦੇ ਬਾਰੇ ਸਾਰੀ ਦੁਨੀਆ ਨੂੰ ਪਤਾ ਹੈ। ਜੋ ਮਾਫੀਆ ਰੇਤੇ ਦੀ ਜਿਹੜੀ ਅਮਨ ਜੀ ਗੱਲ ਕਰਦੇ ਹੋ, ਪਿਛਲੇ 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਾਰਿਆਂ ਨੂੰ ਪਤਾ ਹੈ। ਪਾਵਰ ਸੈਕਟਰ ਦੇ ਵਿੱਚ ਕੀ ਹੋਇਆ ਸਾਰਿਆਂ ਨੂੰ ਪਤਾ ਹੈ। ਮੈਂ ਉਹ ਗੱਲਾਂ ਦੁਹਰਾਉਣੀਆਂ ਨਹੀਂ ਚਾਹੁੰਦਾ। ਇੱਕ ਜ਼ਰੂਰ ਫਿਗਰ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਦੱਸਣੀ ਚਾਹੁੰਦਾ, 2016-17 ਦੇ ਵਿੱਚ ਐਡੀ ਵਧੀਆ ਐਕਸਾਈਜ਼ ਪਾਲਿਸੀ ਬਣਾਈ ਕਿ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਹੋਇਆ ਹੈ। ਕਾਂਗਰਸ ਦੀ ਸਰਕਾਰ ਦੇ ਵਿੱਚ ਤਾਂ ਚਲੋ ਇਹ ਜਿਹੜੀ ਆਹ COVID-19 ਵਾਲੀ ਘਟਨਾ ਹੋਈ ਹੈ ਤਾਂ ਇਟ ਵਾਸ ਨਾਟ ਫੋਰਸੀ। 417 ਕਰੋੜ ਰੁਪਈਆ ਪਹਿਲੀ ਹਿਸਟਰੀ 'ਚ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਖਰੀ ਸਾਲ ਸੀ -417 ਕਰੋੜ ਰੁਪਈਆ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਵੀ ਉਹ ਕੀ ਪਾਲਿਸੀ ਸੀ, ਕਿਉਂ ਰੈਵਨਿਊ ਘਟ ਗਿਆ, ਕਿੱਥੇ ਚੋਰੀ ਹੋਈ, ਕਿਹਨੇ ਚੋਰੀ ਕੀਤੀ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਹੈ ਦੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਤੁਸੀਂ ਫੈਕਟਰੀ ਦੀ ਗੱਲ ਕਰਦੇ ਹੋ ਜਾਂ ਬਲਾਚੌਰ ਦੀ ਚੰਦੂ ਮਾਜਰਾ ਸਾਹਿਬ ਨੇ ਗੱਲ ਕੀਤੀ ਹੈ, ਫੜੀਆਂ ਗਈਆਂ। ਕੈਪਟਨ ਅਮਰਿੰਦਰ ਸਿੰਘ ਦੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਹੈ। ਇਹਦੇ ਵਿੱਚ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਹੈ ਉਹਨੂੰ ਫੜਨਾ ਚਾਹੀਦਾ ਤੇ ਉਹਨੂੰ ਪਨਿਸ਼ ਕਰਨਾ ਚਾਹੀਦਾ। ਮੈਂ ਅਮਨ ਜੀ ਤੁਹਾਡੇ ਰੇਤ ਮਾਫੀਆ ਦੀ ਗੱਲ ਦੇ ਉੱਤੇ ਇੱਕ ਜਵਾਬ ਦਿੰਨਾ। ਮੈਂ ਪਿਛਲੀ ਡਿਬੇਟ ਵਿੱਚ ਵੀ ਤੁਹਾਨੂੰ ਇੱਕ ਗੱਲ ਕਹੀ ਸੀ, ਹੁਣ ਵੀ ਤੁਹਾਨੂੰ ਕਹਿਣਾ ਚਾਹੁੰਦਾ, ਗਿੱਲ ਹਲਕੇ ਦੇ ਵਿੱਚ 2 ਖੱਡਾਂ ਨੇ। ਮੈਂ ਚਾਹੂੰਗਾ ਚੰਦੂ ਮਾਜਰਾ ਸਾਹਿਬ ਨੂੰ ਵੀ ਕਹੂੰਗਾ, ਸਿੱਧੂ ਸਾਹਿਬ ਇਹਨਾਂ ਦੀ 5 ਬੰਦਿਆਂ ਦੀ ਜਾਂ 2 MLA 3 ਮੈਂਬਰਾਂ ਦੀ ਇਹਨਾਂ ਦੀ ਕਮੇਟੀ ਬਣਾ ਦਿਓ। ਮੈਂ ਚਾਹੂੰਗਾ ਤੁਸੀਂ ਮੇਰੇ ਹਲਕੇ 'ਚ ਆਓ, ਰਜਾਪੁਰ ਤੇ ਇੱਕ ਹੋਰ ਖੱਡ ਹੈ, ਤੁਸੀਂ ਆ ਕੇ ਵੇਖੋ ਸਹੀ ਜ਼ਰੂਰ, ਉੱਥੇ ਫਾਈਂਡ ਆਊਟ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਇਲੀਗਲ ਖੱਡ ਚੱਲਣ ਦਿੱਤੀ ਜਦ ਕਿ ਪ੍ਰੋਪਰ ਠੇਕਾ ਹੋਇਆ, ਆਕਸ਼ਨ ਹੋਈ ਹੈ। DC ਨੂੰ ਤੁਸੀਂ ਪੁੱਛੋ, ਕਮਿਸ਼ਨਰ ਪੁਲਿਸ ਨੂੰ ਪੁੱਛੋ। ਵੈਸੇ ਮੈਂ ਤੁਹਾਨੂੰ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਵੀ ਰਹੇ ਹੈ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਨੇ ਕੱਲ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਰੋਪੜ ਦੇ ਤੇ ਹੋਰ ਕਈਆਂ ਖੱਡਾਂ ਦਾ ਜਿਹਦੇ 'ਚ ਜ਼ਿਕਰ ਕੀਤਾ ਹੈ। ਉਹਨਾਂ ਦਾ ਕਹਿ ਕੇ ਕਿਸ ਤਰੀਕੇ ਦੇ ਨਾਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ, 4000 ਰੁਪਏ ਪਰ ਟਰੱਕ ਲਿਆ ਜਾ ਰਿਹਾ ਹੈ, ਕੌਣ ਲੈ ਰਿਹਾ ਹੈ, ਕਿੱਦਾਂ ਜਿਹੜਾ ਹੈਗਾ ਸਾਰਾ ਰੇਤੇ ਦੀ ਲੁੱਟ ਹੋ ਰਹੀ ਹੈ। ਇਹ ਕੱਲ ਦੀ ਗੱਲ ਹੀ ਹੈ। ਡਾਕਟਰ ਚੀਮਾ ਨੇ ਸਾਰੇ ਐਲੀਗੇਸ਼ਨ ਬਕਾਇਦਾ ਮੀਡੀਆ 'ਚ ਤੁਸੀਂ ਵੀ ਦੇਖੇ ਹੋਣਗੇ। 10 ਸਾਲ 10 ਅਮਨ ਜੀ ਇੱਕ ਮਿੰਟ ਮੈਂ ਤੁਹਾਡੀ ਗੱਲ ਪੂਰੀ ਸੁਣਦਾ ਹਾਂ, ਤੁਸੀਂ ਉਂਗਲ ਥੱਲੇ ਕਰੋ, ਕਰਦੇ ਆਪਾਂ ਗੱਲ। ਉਹਨਾਂ ਨੇ ਹੱਥ ਨਾਲ ਹੀ ਆ, ਉਹਨਾਂ ਨੇ ਹੱਥ ਨਾਲ ਮੈਂ ਤੁਹਾਡੇ ਨਾਲ ਹੀ ਆ। ਗੱਲ ਤਾਂ ਸੁਣ ਲਓ, ਮੈਂ ਤੁਹਾਡੀ ਬੜੇ ਆਰਾਮ ਨਾਲ ਗੱਲ ਸੁਣੀ ਹੈ, ਬੜੇ ਆਰਾਮ ਨਾਲ ਗੱਲ ਸੁਣੀ ਹੈ ਅਮਨ ਜੀ, ਮੈਂ ਤੁਹਾਡੀ ਬੜੇ ਆਰਾਮ ਨਾਲ ਗੱਲ ਸੁਣੀ ਹੈ। ਮੈਨੂੰ ਲੈਟ ਮੀ ਕੰਪਲੀਟ। ਮੈਂ ਤੁਹਾਡੀ ਗੱਲ 'ਚ ਤੁਹਾਨੂੰ ਟਾਈਮ ਦੇਣਗੇ ਸਿੱਧੂ ਸਾਹਿਬ। ਹਾਂ ਪਲੀਜ਼। ਜਿਹੜੀ ਚੀਮਾ ਸਾਹਿਬ ਨੇ ਗੱਲ ਕੀਤੀ ਹੈ, ਮੈਂ ਇੱਕ ਚੀਮਾ ਸਾਹਿਬ ਨੂੰ ਤੁਹਾਡੇ ਥਰੂ ਸਵਾਲ ਕਰਦਾ, ਚੀਮਾ ਸਾਹਿਬ ਆਪਣੇ ਕਿਉਂ ਨਹੀਂ ਗਰੇਬਾਨ 'ਚ ਝਾਕ ਕੇ ਵੇਖਦੇ ਕਿ 10 ਸਾਲ ਰੇਤੇ ਦਾ ਕੀ ਹਾਲ ਹੋਇਆ। ਮੈਂ ਇਹਨਾਂ ਦੀ ਸਰਕਾਰ ਦੇ ਵਿੱਚ ਆਫੀਸਰ ਨੇ, ਹਾਂ 10 ਸਾਲ ਰੇਤੇ ਦਾ ਕੀ ਹਾਲ ਹੋਇਆ ਇਹ ਵੀ ਪਤਾ ਹੈ, ਐਕਸਾਈਜ਼ ਪਾਲਿਸੀ ਦਾ ਕੀ ਹਾਲ ਹੋਇਆ 10 ਸਾਲ ਉਹ ਵੀ ਪਤਾ ਹੈ, ਪਾਵਰ ਮਾਫੀਆ ਨੇ 10 ਸਾਲ 'ਚ ਕੀਤਾ ਉਹ ਵੀ ਕੀ ਕੀਤਾ, ਜੋ ਇਹਨਾਂ ਦੇ ਜੋ ਬਰਗਾੜੀ ਵਿੱਚ ਹੋਇਆ ਉਹ ਵੀ ਪਤਾ ਹੈ, ਜੋ ਸਿੱਖੀ ਨੂੰ ਢਾਲ ਲਾਈ ਹੈ ਉਹ ਵੀ ਪਤਾ ਹੈ। ਸਾਰੇ ਲੋਕਾਂ ਨੇ 2017 'ਚ ਐਡਾ ਵੱਡਾ ਫਤਵਾ ਦਿੱਤਾ ਹੈ।
ਇਹ ਜੇ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਕਰੇ, ਇੱਕ ਮਿੰਟ ਸਿੱਧੂ ਸਾਹਿਬ, ਇੱਕ ਮਿੰਟ, ਜੇ ਸ਼੍ਰੋਮਣੀ ਅਕਾਲੀ ਦਲ ਰੇਤੇ ਦੀ ਗੱਲ ਕਰੇ ਤਾਂ ਬੜੀ ਸ਼ਰਮ ਵਾਲੀ ਗੱਲ ਹੈ। ਰੇਤੇ ਦੀ ਗੱਲ ਕਰਦੇ ਨੇ, ਐਕਸਾਈਜ਼ ਦੀ ਗੱਲ ਕਰਦੇ, ਮੈਂ ਤਾਂ ਕਹਿੰਦਾ 417 ਕਰੋੜ ਦਾ 2016-17 ਚ ਸ਼੍ਰੋਮਣੀ ਅਕਾਲੀ ਦਲ ਜਵਾਬ ਦੇਵੇ ਉਹ ਘਾਟਾ ਕਿਉਂ ਪਿਆ, ਕੀ ਕਾਰਨ ਸੀ, ਕਿਹੜੀ ਇਹਨਾਂ ਨੇ ਉੱਥੇ ਸ਼ਰਾਬ ਵਿਕਵਾਈ, ਕਿਹੜੇ ਇਹਨਾਂ ਨੇ ਉੱਥੇ ਠੱਗੀਆਂ ਮਰਵਾਈਆਂ। ਦੇਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ, ਇਹ ਦਿੰਦੇ ਨਹੀਂਗੇ। ਇਹ ਸਿਰਫ ਸਵਾਲ ਰੇਜ਼ ਕਰਦੇ ਆ, ਨਾ ਉਹਦੇ ਕੋਈ ਰੈਮਡੀ ਦਿੰਦੇ ਆ। ਜਿੱਥੋਂ ਤੱਕ ਐਕਸਾਈਜ਼ ਪਾਲਿਸੀ ਦਾ ਜਿਹੜੀ ਅੰਡਰਸਟੈਂਡਿੰਗ ਆ ਜੀ ਕੈਬਨਿਟ ਮੰਤਰੀ, ਹਾਂ ਇੱਕ ਮਿੰਟ ਸਿੱਧੂ ਸਾਹਿਬ, ਇੱਕ ਮਿੰਟ, ਚੰਦੂ ਮਾਜਰਾ ਸਾਹਿਬ ਨੇ ਅੰਡਰਸਟੈਂਡਿੰਗ ਦੀ ਗੱਲ ਕੀਤੀ, ਇਹਨਾਂ ਨੇ ਮੇਰੇ ਲਫ਼ਜ਼ ਨੂੰ ਗਲਤ ਫੜਿਆ। ਮੈਂ ਸ਼ੁਰੂਆਤ ਵਿੱਚ ਇਹ ਕਹੀ ਸੀ ਕਿ ਜੇ ਕੋਈ ਮਿਸਅੰਡਰਸਟੈਂਡਿੰਗ ਸਾਡੇ ਚੀਫ ਸੈਕਟਰੀ ਸਾਹਿਬ ਤੇ ਕੈਬਨਿਟ ਮਿਨਿਸਟਰ ਦੇ ਵਿੱਚ ਹੋਈ ਹੈ, ਅੰਡਰਸਟੈਂਡਿੰਗ ਜਿਹੜੀ ਇਹ ਕਹਿੰਦੇ ਉਹ ਗਲਤ ਮਤਲਬ ਕੱਢਦੇ ਨੇ। ਮੇਰਾ ਅੰਡਰਸਟੈਂਡਿੰਗ ਤੋਂ ਭਾਵ ਹੈ ਕਿ ਪਰਿਵਾਰ ਦੇ ਵਿੱਚ ਜਦੋਂ ਕੋਈ ਆਪਸ ਵਿੱਚ ਕੋਈ ਗਲਤ ਫਹਿਮੀ ਹੁੰਦੀ ਹੈ ਉਹਨੂੰ ਸੌਰਟ ਆਊਟ ਕੀਤਾ ਜਾਂਦਾ ਹੈ। ਹਰ ਪਰਿਵਾਰ 600 ਕਰੋੜ ਹੋ ਗਿਆ ਜੀ, ਚਾਹੇ ਉਹ ਚੀਫ ਮਿਨਿਸਟਰ ਹੈ, ਚਾਹੇ ਉਹ ਚੀਫ ਮਿਨਿਸਟਰ ਹੈ, ਉਹ ਬੈਠ ਕੇ ਗੱਲਬਾਤ ਕਰਦੇ ਹੋ, ਮਸਲਾ ਹੱਲ ਹੋ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਢੀਂਡਸਾ ਪਰਿਵਾਰ ਅਲੱਗ ਹੋ ਗਿਆ, ਨਵਾਂ ਇੱਕ ਅਕਾਲੀ ਦਲ ਕ੍ਰੀਏਟ ਹੋ ਗਿਆ। ਇਹਨਾਂ ਦੀਆਂ ਪਾਲਿਸੀਆਂ ਦਾ ਸਦਕਾ ਹੈ ਕਿ ਸਿੱਖੀ ਦਾ ਜੇ ਕਦੇ ਕੋਈ ਹਿਸਟਰੀ ਲਿਖੀ ਜਾਏਗੀ ਸ਼੍ਰੋਮਣੀ ਅਕਾਲੀ ਦਲ ਨੂੰ ਰਿਸਪੌਂਸਿਬਲ ਮੰਨਿਆ ਜਾਊਗਾ। ਸਾਡੇ ਪੰਜਾਬ ਨੂੰ ਦਾ ਮੈਂ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦਾ, ਸਾਰੀ ਦੁਨੀਆ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ 10 ਸਾਲ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕਿਹੋ ਜਿਹਾ ਘਾਣ ਕੀਤਾ ਤੇ ਲੋਕਾਂ ਨੇ ਕੀ ਫਤਵਾ ਦਿੱਤਾ ਆਪਣੇ ਸਾਹਮਣੇ ਹੈ। ਇਹ ਕਿਉਂ ਨਹੀਂ ਆਪਣੇ ਅੰਦਰ ਝਾਕ ਕੇ ਵੇਖਦੇ ਵੀ 10 ਸਾਲ ਚ ਇਹਨਾਂ ਨੇ ਕੀ ਕੀਤਾ ਹੈ। ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਅਮਨ ਜੀ ਤੁਸੀਂ ਜੀ ਮੇਰੇ ਗੱਲ ਮੈਂ ਕਹਿਣਾ ਵੀ ਜਿਹੜੀ ਗੱਲ ਵੈਦ ਸਾਹਿਬ ਨੇ ਇੰਨਾ ਸਮਾਂ ਲਾ ਕੇ ਇਹਨਾਂ ਦਾ ਪੂਰਾ ਮਤਲਬ ਪੋਲੀਟੀਕਲ ਜਿਵੇਂ ਰੈਲੀਜ਼ 'ਚ ਗੱਲ ਕਰਦੇ ਹੁੰਦੇ ਆ ਆਪਾਂ, ਇਲੈਕਸ਼ਨ ਦਾ ਮਾਹੌਲ ਬਣਾਤੇ ਆ। ਮੈਂ ਤਾਂ ਕਹਿਣਾ ਵੈਦ ਸਾਹਿਬ ਇੰਨੀ ਕਿਉਂ ਤਕਲੀਫ ਦੇ ਰਹੇ ਹੋ ਸਾਨੂੰ ਵੀ ਆਪਣੇ ਆਪ 'ਚ ਝਾਕਣ ਦੀ। ਤੁਹਾਡੀ ਸਰਕਾਰ ਆ, ਮੈਂ ਤੁਹਾਡੇ 42 MLA, ਤੁਸੀਂ ਟਿੱਲ ਦਾ ਜ਼ੋਰ ਲਾ ਲਿਆ ਸਾਰੀਆਂ ਚੀਜ਼ਾਂ ਤੇ। ਜੇ ਤੁਹਾਨੂੰ ਇੰਨੀ ਕੁ ਵੀ ਚੀਜ਼ ਨਿਕਲ ਜਾਂਦੀ ਨਾ ਤੁਸੀਂ ਟੰਗ ਦੇਣੇ ਸੀਗੇ। ਸੋ ਸਾਨੂੰ ਕਿਉਂ ਤਕਲੀਫ ਦੇ ਰਹੇ ਹੋ ਝਾਕਣ 'ਚ ਆਪਣੇ ਆਪ ਦੀ। ਮੈਂ ਸਮਝਦਾ ਤੁਹਾਡੀ ਜ਼ਿੰਮੇਵਾਰੀ ਲਾਈ ਹੈ ਲੋਕਾਂ ਨੇ, ਸਾਡੀ ਕੀ। ਜੇ ਅੱਜ ਵੀ ਕੋਈ ਗਲਤ ਹੋ ਰਿਹਾ, ਜੇ ਕੱਲ ਵੀ ਕੋਈ ਗਲਤ ਹੋਇਆ, ਜੇ 15 ਸਾਲ ਪਹਿਲਾਂ ਵੀ ਕੋਈ ਗਲਤ ਹੋਇਆ ਤਾਂ ਜਵਾਬ ਦੇ ਤੁਸੀਂ ਹੋ, ਤੁਹਾਡੀ ਜ਼ਿੰਮੇਵਾਰੀ ਲਾਈ ਹੈ। ਪਹਿਲਾ ਸਾਲ ਨਹੀਂ, ਤੁਹਾਡਾ ਚੌਥਾ ਸਾਲ ਖਤਮ ਹੋਣ ਜਾ ਰਿਹਾ। ਵੈਸਾ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ। ਦੂਜੀ ਗੱਲ ਜਿਹੜੀ ਰੇਤੇ ਦੀ ਤੁਸੀਂ ਗੱਲ ਕਰਦੇ ਹੋ, ਦੇਖੋ ਅੱਜ ਦਾ ਜਿਹੜਾ ਸਮਾਂ, ਮੈਂ ਅੱਜ ਦੇ ਦੌਰ ਨਾਲ ਗੱਲ ਕਰਕੇ ਦੇਖਾਂ। ਪਹਿਲੀ ਗੱਲ ਤਾਂ ਮੈਂ ਬਾਰ-ਬਾਰ ਹੁਣ ਦੁਹਰਾਉਂਦਾ ਨਹੀਂ ਠੀਕ ਲੱਗਦਾ ਵੀ 7 ਸਾਲਾਂ 10 ਸਾਲਾਂ ਦੇ ਵਿੱਚ ਅਸੀਂ ਤਾਂ ਐਕਸਾਈਜ਼ ਅੰਕੜੇ ਕਹਿੰਦੇ ਨੇ ਵੀ ਐਕਸਾਈਜ਼ 3500 ਕਰੋੜ ਰੁਪਇਆ ਵਧਾ ਕੇ ਦਿੱਤਾ। ਤੁਸੀਂ ਜਦੋਂ 2002 ਤੋਂ 7 ਤੱਕ ਦੀ ਸਰਕਾਰ ਸੀ ਸਿਰਫ ਤੇ ਸਿਰਫ 12 ਕਰੋੜ ਰੁਪਇਆ ਵਧਾਇਆ ਸੀਗਾ ਉਹਨਾਂ 5 ਸਾਲਾਂ ਦੇ ਵਿੱਚ ਐਕਸਾਈਜ਼ ਦਾ। ਸੋ ਚੋਰੀ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਚੋਰੀ ਕਰਦੇ ਹੋ, ਤੁਹਾਡੀ ਸਰਕਾਰ 'ਚ ਇਹ ਸ਼ਰਾਬ ਮਾਫੀਆ ਚੱਲ ਰਿਹਾ, ਤਾਂ ਅੰਕੜੇ ਬੋਲਦੇ ਨੇ ਜਦੋਂ ਰੈਵਨਿਊ ਥੱਲੇ ਆ ਰਿਹਾ। ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ, ਦੇਖੋ ਅੱਜ ਲੋੜ ਕਿਹਨੂੰ ਆ, ਅੱਜ ਲੋੜ ਪੰਜਾਬ ਦੇ ਕਿਸਾਨ ਨੂੰ ਆ, ਅੱਜ ਲੋਕ ਦੀ ਇੰਡਸਟਰੀ ਨੂੰ ਆ, ਤੇ ਆਪਾਂ ਦੇਖ ਇਹਨਾਂ ਨੂੰ ਰਹੇ ਆ 676 ਕਰੋੜ ਰੁਪਇਆ। ਜਿਹੜੇ ਲੋਕ ਲੋਕਡਾਊਨ ਦੇ ਵਿੱਚ ਵੀ ਇੱਕ ਚੀਜ਼ ਹੋਮ ਡਿਲੀਵਰੀ ਯਕੀਨੀ ਸੀ, ਜਿਹੜੀ ਪੱਕੀ ਹੁੰਦੀ ਸੀ, ਉਹ ਸੀ ਸ਼ਰਾਬ ਦੀ। ਤੁਸੀਂ ਉਹਨਾਂ ਨੂੰ 676 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਕੋਲੋਂ ਵਸੂਲੇ ਹੋਏ ਟੈਕਸ ਦਾ ਉਹਨਾਂ ਨੂੰ ਦੇ ਰਹੇ ਹੋ, ਤੇ ਕਿਸਾਨ ਨੂੰ ਨਹੀਂ ਦੇ ਰਹੇ ਜਿਹਦਾ ਝਾੜ ਘਟਿਆ, ਜਿਹਦੇ ਮਾਜੂਦਾਨੇ ਦਾ ਮਸਲਾ ਹੈ, ਉਸ ਇੰਡਸਟਰੀ ਨੂੰ ਨਹੀਂ ਦੇ ਰਹੇ ਕੁਝ ਵੀ। 306 ਕਰੋੜ ਦਾ ਜਿਹੜਾ ਤੁਸੀਂ ਆ 26 ਕਰੋੜ ਰੁਪਇਆ ਪਰ ਮੰਥ ਦੀ ਜਿਹੜੀ ਤੁਸੀਂ ਰੱਖੀ ਸੀਗੀ ਇਹਦੇ ਤੇ ਰੇਤੇ ਦੇ ਉੱਤੇ ਕਲੈਕਸ਼ਨ, ਉਹ ਘਟਾ ਕੇ ਅੱਜ 4 ਕਰੋੜ 85 ਲੱਖ ਰੁਪਇਆ ਕਰਤੀ। ਕਹਿੰਦੇ ਮਹੀਨੇ 2 ਮਹੀਨੇ ਦੀ ਮਾਫੀ ਕਰਤੀ ਤੇ ਹੁਣ 4 ਕਰੋੜ 85 ਲੱਖ ਰੁਪਇਆ ਕਰਤੀ। 150 ਕਰੋੜ ਰੁਪਇਆ ਸਿੱਧੇ ਹੀ ਰੇਤ ਮਾਫੀਏ ਨੂੰ, ਮਾਈਨਿੰਗ ਵਾਲਿਆਂ ਨੂੰ ਸਿੱਧੇ ਰੂਪ 'ਚ ਹੀ ਦੇਤੇ ਆ। ਮੈਂ ਸਮਝਦਾ ਅੱਜ ਲੋੜ ਕਿਹਨਾਂ ਨੂੰ ਆ? ਸਿੱਧੂ ਸਾਹਿਬ ਆਪਾਂ ਸਾਰੇ ਬੈਠੇ ਆ, ਅੱਜ ਪੰਜਾਬ ਦੇ ਕਿਸਾਨ ਨੂੰ ਲੋੜ ਨਹੀਂ, ਆਪਾਂ ਕੀ ਅੱਜ ਇੰਡਸਟਰੀ ਨੂੰ ਜ਼ਰੂਰਤ ਹੈ ਕਿ ਇਹ ਦੋ ਹਿੱਸਿਆਂ ਨੂੰ ਆਪਾਂ ਲਗਭਗ 1000 ਕਰੋੜ ਰੁਪਇਆ ਇਹਨਾਂ ਨੂੰ ਇੱਕ ਸਪੈਸ਼ਲ ਵਿਸ਼ੇਸ਼ ਪੈਕੇਜ ਦੇ ਦਿਆ। ਇਹਦੇ ਨਾਲ ਕੀ ਫਾਇਦਾ ਹੋਊਗਾ ਪੰਜਾਬ ਨੂੰ, ਕੀ ਫਾਇਦਾ ਹੋਊਗਾ ਪੰਜਾਬ ਦੇ ਮਜ਼ਦੂਰ ਨੂੰ, ਕੀ ਫਾਇਦਾ ਹੋਊਗਾ ਪੰਜਾਬ ਦੇ ਕਿਸਾਨ ਨੂੰ, ਆਮ ਲੋਕਾਂ ਨੂੰ। ਜੀ ਹਰਿੰਦਰਪਾਲ ਜੀ, ਮੈਂ ਇਸ ਮੁੱਦੇ ਤੇ ਵਾਪਸ ਆਣਾ ਤੁਹਾਡੇ ਵੱਲ। ਆਪਾਂ ਵਿਸ਼ੇਸ਼ ਪੈਕੇਜ ਦੀ ਵੀ ਗੱਲ ਕਰਾਂਗੇ। ਅਮਨ ਅਰੋੜਾ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ। ਅਮਨ ਅਰੋੜਾ ਜੀ। ਜਗਤਾਰ ਜੀ, ਵੈਸੇ ਤਾਂ ਦੇਖੋ ਲੋੜਾ ਤਾਂ ਇਸ ਗੱਲ ਦਾ ਹੈ ਵੀ ਅੱਗੇ ਤਾਂ ਸੁਣਦੇ ਹੁੰਦੇ ਸੀ ਸਰਕਾਰਾਂ ਆਮ ਬੰਦੇ ਨੂੰ ਬੋਲਣ ਨਹੀਂ ਦਿੰਦੀਆਂ, ਆਵਾਜ਼ ਦਬਾਉਂਦੀਆਂ ਨੇ, ਇੱਥੇ ਤਾਂ ਉਂਗਲ ਵੀ ਨਹੀਂ ਚੱਕਣ ਦਿੰਦੇ ਹੈਗੇ ਸਾਡਾ ਵੱਡਾ ਭਰਾ ਸਾਨੂੰ। ਦੂਜੀ ਗੱਲ ਉਹ ਤਾਂ ਅਮਨ ਜੀ, ਉਹ ਤਾਂ ਮੈਂ ਬੇਨਤੀ ਇਹ ਕੀਤੀ ਸੀ ਕਿ ਮੈਂ ਤੁਹਾਨੂੰ ਬੜੇ ਪਿਆਰ ਨਾਲ ਸੁਣਿਆ, ਮੇਰੀ ਗੱਲ ਪੂਰੀ ਹੋ ਲੈਣ ਦਿਓ। ਨਹੀਂ ਚਲੋ ਮੈਂ ਵੈਸੇ ਅਮਨ ਜੀ ਨੇ ਤਾਂ ਇਹ ਲਾਈਟਰ ਨੋਟ ਗੱਲ ਕਰ ਰਹੇ ਹੱਥ ਨਾਲ ਤੁਹਾਡੇ ਨਾਲ ਹੀ ਅਸੀਂ। ਜੀ
ਔਨ ਅ ਲਾਈਟਰ ਜੀ, ਨੋਟ ਹਾਂ। ਆਪਾਂ ਗੱਲ ਕਰ ਰਹੇ ਹਾਂ। ਦੇਖੋ ਸਿੱਧੂ ਸਾਹਿਬ ਇਸ ਜੀ, ਤਰ੍ਹਾਂ ਅਮਨ ਜੀ। ਹੈ ਕਿ ਜਿੱਥੇ ਤੱਕ ਅਮਨ ਜੀ, ਇਹਨਾਂ ਨੇ please। ਗੱਲ ਕੀਤੀ ਪਿਛਲੀ ਸਰਕਾਰ ਦੀ ਐਕਸਾਈਜ਼ ਪਾਲਿਸੀ ਦੀ, ਐਕਸਾਈਜ਼ ਪਾਲਿਸੀ ਨੋ ਡਾਊਟ ਮੈਂ ਨਹੀਂ ਕਹਿੰਦਾ ਹੈਗਾ ਪਿਛਲੀ ਸਰਕਾਰ ਦੀ ਕਹੀ ਸੀ, ਪਰ 3 ਸਾਲਾਂ ਦੀ ਇਹਨਾਂ ਨੇ ਉਹੀ ਐਕਸਾਈਜ਼ ਪਾਲਿਸੀ ਜਿਹੜੀ ਉਹ ਕੰਟੀਨਿਊ ਕੀਤੀ ਹੈ, ਜਿਹਦੀ ਵਜ੍ਹਾ ਕਰਕੇ 17-18 ਦੇ ਵਿੱਚ 5155 ਕਰੋੜ, 18-19 ਦੇ ਵਿੱਚ 5135 ਕਰੋੜ, ਯਾਨੀ ਕਿ 20 ਕਰੋੜ ਘਟ ਗਏ, ਤੇ ਹੁਣ ਜਿਹੜਾ ਹੋਇਆ ਇਸ ਸਾਲ ਉਹ 5026 ਕਰੋੜ ਹੋਇਆ। ਸੋ ਐਕਸਾਈਜ਼ ਪਾਲਿਸੀ ਇਹਨਾਂ ਨੇ ਵੀ 3 ਸਾਲਾਂ ਵਿੱਚ ਕੋਈ ਚੇਂਜ ਨਹੀਂ ਕੀਤੀ ਹੈਗੀ। ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ, ਜ਼ੀਰੋ ਟੋਲਰੈਂਸ ਪਾਲਿਸੀ ਨਹੀਂ ਹੈਗੀ, ਜੋ ਜ਼ੀਰੋ ਪਰਫਾਰਮੈਂਸ ਪਾਲਿਸੀ ਹੈ ਕੈਪਟਨ ਅਮਰਿੰਦਰ ਸਿੰਘ ਦੀ। ਹੁਣ ਇਸ ਤੋਂ ਪਹਿਲਾਂ ਕਿ ਮੇਰੇ ਦੋਨੋਂ ਵੱਡੇ ਵੀਰ 3 ਸਾਲ ਤੇ 10 ਸਾਲਾਂ ਦੀ ਪਰਫਾਰਮੈਂਸ ਦੇ ਪਾਣੀ 'ਚ ਮਧਾਣੀ ਪਾਉਣ, ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਵੀ ਕਿਵੇਂ ਜਿਹੜਾ ਸ਼ਰਾਬ ਦਾ ਨੁਕਸਾਨ, ਮਾਲੀਏ ਦਾ ਨੁਕਸਾਨ ਹੋ ਰਿਹਾ, ਉਹਨੂੰ ਫੜਿਆ ਕਿਵੇਂ ਜਾ ਸਕਦਾ ਹੈ। ਸਿੱਧੂ ਸਾਹਿਬ, ਪੰਜਾਬ ਦੇ ਵਿੱਚ ਸ਼ਰਾਬ ਦੀ ਵਜ੍ਹਾ ਕਰਕੇ, ਇਸ ਗੋਰਖ ਧੰਦੇ ਕਰਕੇ 3 ਤਰੀਕੇ ਨਾਲ ਨੁਕਸਾਨ ਹੁੰਦਾ ਹੈ। ਨੰਬਰ 1, ਜਿਹੜੀ ਪੰਜਾਬ ਤੋਂ ਗਵਾਂਢੀ ਰਾਜਾਂ ਨੂੰ ਤੇ ਗਵਾਂਢੀ ਰਾਜਾਂ ਤੋਂ ਪੰਜਾਬ ਨੂੰ ਸਮਗਲ ਇੱਕ। ਨੰਬਰ 2 ਦੇ ਵਿੱਚ ਜਿਹੜੀ ਡਿਸਟਿਲਰੀਆਂ ਦੇ ਵਿੱਚੋਂ 2 ਨੰਬਰ ਦੇ ਸ਼ਰਾਬ, ਅਸਲੀ ਸ਼ਰਾਬ ਪਰ ਬਿਨਾਂ ਐਕਸਾਈਜ਼ ਡਿਊਟੀ ਪੇ ਕੀਤੇ, ਬਿਨਾਂ ਹੋਲੋਗ੍ਰਾਮ ਲਾਏ ਨਿਕਲ ਜਾਂਦੀ ਹੈ, ਤਕਰੀਬਨ 2000 ਕਰੋੜ ਦਾ ਉਹਦਾ ਨੁਕਸਾਨ ਹੁੰਦਾ ਹੈ। ਤੀਜਾ, ਜਿਹੜਾ ਹੁਣ ਆਪਾਂ ਜਿਸ ਇਸ਼ੂ ਦੇ ਉੱਪਰ ਗੱਲ ਕਰ ਰਹੇ ਕਿ ਜਿਹੜੀਆਂ ਨਜਾਇਜ਼ ਡਿਸਟਿਲਰੀਆਂ ਫੜੀਆਂ ਜਾਂਦੀਆਂ ਨੇ, ਪਿਛਲੇ 1.5 ਸਾਲਾਂ ਦੇ ਵਿੱਚ ਸਿੱਧੂ ਸਾਹਿਬ 4 ਡਿਸਟਿਲਰੀਆਂ ਫੜੀਆਂ ਗਈਆਂ ਨੇ ਇਸ ਤਰੀਕੇ ਦੀਆਂ ਨਜਾਇਜ਼ ਚੱਲਦੀਆਂ। 3 ਉਹਨਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੇ ਆਪਦੇ ਜ਼ਿਲ੍ਹੇ ਦੇ ਵਿੱਚ ਨੇ, ਔਰ ਇਹਨਾਂ ਡੂੰਘੀਆਂ ਜੜ੍ਹਾਂ ਨੇ ਕਿ 14, 11, 18 ਨੂੰ ਇੱਕ ਘੋਲੂ ਮਰ ਲਾਲੜੂ ਦੇ ਵਿੱਚ ਪੈਂਦਾ, ਉੱਥੇ ਇੱਕ ਨਜਾਇਜ਼ ਡਿਸਟਿਲਰੀ ਫੜੀ ਗਈ ਸੀਗੀ। ਜਿਹੜੇ ਬੰਦੇ ਦੀ ਉਹ ਜਗ੍ਹਾ ਸੀਗੀ ਤੇ ਜਿਹੜੀ ਕੰਪਨੀ, ਜਿਹੜੀਆਂ ਡਿਸਟਿਲਰੀਆਂ ਦੇ ਉੱਥੇ ਲੇਬਲ, ਬੋਤਲਾਂ, ਢੱਕਣ, ਨਾਮ ਬ੍ਰਾਂਡ ਵਰਤਿਆ ਜਾ ਰਿਹਾ ਸੀਗਾ, ਅੱਜ ਤੱਕ ਕਿਸੇ ਨੂੰ ਸਰਕਾਰ ਨੇ, ਪੁਲਿਸ ਨੇ ਸ਼ਾਮਲ ਤਫਤੀਸ਼ ਨਹੀਂ ਕੀਤਾ ਹੈਗਾ। ਨੰਬਰ 1। ਨੰਬਰ 2, ਹੁਣ ਇਹਨਾਂ ਨਜਾਇਜ਼ ਡਿਸਟਿਲਰੀ ਨੂੰ ਫੜਿਆ ਕਿਵੇਂ ਜਾ ਸਕਦਾ? ਮੈਂ ਕੱਲ ਸੀਐਮ ਸਾਹਿਬ ਨੂੰ ਇਹਦੇ ਬਾਰੇ ਚਿੱਠੀ ਲਿਖੀ ਹੈ ਵੀ ਜੇ ਤੁਹਾਨੂੰ ਨਹੀਂ ਪਤਾ, ਜੇ ਤੁਹਾਡੇ ਮਹਿਕਮੇ ਦੇ ਅਫਸਰ ਤੁਹਾਨੂੰ ਨਹੀਂ ਦੱਸਦੇ ਹੈਗੇ, ਤਾਂ ਤਰੀਕਾ ਅਸੀਂ ਤੁਹਾਨੂੰ ਦੱਸ ਦਿੰਨੇ ਆ ਵੀ ਉਹ ਫੜੇ ਕਿਵੇਂ ਜਾ ਸਕਦੇ ਨੇ। ਇਸ ਤਰ੍ਹਾਂ ਹੈ ਸਿੱਧੂ ਸਾਹਿਬ ਕਿ ਇਹਨਾਂ ਨਜਾਇਜ਼ ਡਿਸਟਿਲਰੀਆਂ ਦੇ ਵਿੱਚੋਂ ਇੱਕ ਤਾਂ ENA ਫੜਿਆ ਜਾਂਦਾ ਹੈ। ENA ਮੀਨਸ ਜਿਹੜੀ ਸਪਿਰਿਟ ਹੁੰਦੀ ਹੈ ਜਿਹਦੇ ਤੋਂ ਸ਼ਰਾਬ ਬਣਦੀ ਹੈ, ਉਹ ਓਰੀਜਨਲ ਹੈ, ਗ੍ਰੇਨ ਬੇਸਡ ਹੈ। ਦੈਟ ਮੀਨਸ ਉਹ ਕਿਸੇ ਨਾ ਕਿਸੇ ਡਿਸਟਿਲਰੀ ਤੋਂ ਸਮਗਲ ਹੋਇਆ ਹੈ। ਦੂਜਾ, ਉਹਦੀ ਬਲੈਂਡਿੰਗ ਦੇ ਲਈ, ਸ਼ਰਾਬ ਨੂੰ ਬਲੈਂਡਿੰਗ ਦੇ ਵਾਸਤੇ ਕੈਰੇਮਲ ਦੀ ਲੋੜ ਪੈਂਦੀ ਹੈ। ਕੈਰੇਮਲ ਓਪਨ ਮਾਰਕੀਟ ਦੇ ਵਿੱਚ ਨਹੀਂ ਮਿਲਦਾ ਹੈਗਾ, ਉਹਨੂੰ ਸਿੱਧੀਆਂ ਉਹ ਸਪਲਾਈ ਡਿਸਟਿਲਰੀਆਂ ਨੂੰ ਹੁੰਦੀ, ਕਿਉਂਕਿ ਸਿਰਫ ਸ਼ਰਾਬ ਬਣਾਉਂਦਾ, ਉਹਦੇ ਡਰਮਾਂ ਦੇ ਉੱਪਰ ਇੱਕ ਕੋਡ ਪਿਆ ਹੁੰਦਾ ਹੈ। ਜੇ ਉਸੇ ਚੀਜ਼ ਦੇ ਉੱਪਰੋਂ ਪਤਾ ਲੱਗ ਸਕਦਾ ਵੀ ਕਿਹੜੀ ਡਿਸਟਿਲਰੀ ਨੂੰ ਇਹ ਕੈਰੇਮਲ ਸਪਲਾਈ ਹੋਇਆ ਸੀਗਾ ਤੇ ਉੱਥੋਂ 2 ਨੰਬਰ ਦੇ ਵਿੱਚ ਬਾਹਰ ਕਿਵੇਂ ਨਿਕਲਿਆ ਆ ਇਹਨਾਂ ਨਜਾਇਜ਼ ਫੈਕਟਰੀਆਂ ਦੇ ਵਿੱਚ, ਇਸ ਗੱਲ ਤੋਂ ਇਹ ਫੈਕਟਰੀਆਂ ਫੜੀਆਂ ਜਾ ਸਕਦੀਆਂ ਨੇ, ਕਾਲਾ ਮਾਲਾ ਫੜਿਆ ਜਾ ਸਕਦਾ। ਦੂਜੀ ਗੱਲ, ਜਿਹੜੀਆਂ ਇਹ ਨਜਾਇਜ਼ ਡਿਸਟਿਲਰੀਆਂ ਲੱਗਦੀਆਂ ਨੇ, ਇਹ 4 ਜਿਹੜੀਆਂ ਮੈਂ ਦੱਸੀਆਂ ਨੇ, 4 ਦੇ ਵਿੱਚੋਂ ਇਹ 3 ਨੇ ਜਿਹੜੀਆਂ ਇਨਫੈਕਟ 4 ਹੀ ਉਹਨਾਂ ਏਰੀਆ ਦੇ ਵਿੱਚ ਫੜੀਆਂ ਗਈਆਂ ਨੇ ਜਿੱਥੇ ਓਰੀਜਨਲ ਡਿਸਟਿਲਰੀਆਂ ਨੇ, ਤਾਂ ਕਿ ਉਹਨਾਂ ਨੂੰ ਇਹ 2 ਨੰਬਰ ਦੀ ਜਿਹੜੀ ਤਸਕਰੀ ਉਹ ਕੈਰੇਮਲ ਦੀ ਜਾਂ ਉਹਦੀ ENA ਦੀ ਸਪਿਰਿਟ ਦੀ ਕਰਦੇ ਨੇ, ਉਹ ਇਸ ਏਰੀਆ ਦੇ ਵਿੱਚ ਹੁੰਦਾ ਤਾਂ ਕਿ ਜ਼ਿਆਦਾ ਲੰਬਾ ਡਿਸਟੈਂਸ ਉਹਨਾਂ ਨੂੰ ਟਰੈਵਲ ਨਾ ਕਰਨਾ। ਔਰ ਤੀਜੀ ਸਭ ਤੋਂ ਵੱਡੀ ਗੱਲ ਸਿੱਧੂ ਸਾਹਿਬ, ਇਹਦੇ 'ਚ ਇਹ ਦੇਖੋ, ਤੁਸੀਂ ਸਮਝ ਲਓ ਸਾਰੀ ਗੱਲ ਨੂੰ, ਇਹਦੇ 'ਚ ਇਹਨਾਂ ਡਿਸਟਿਲਰੀਆਂ ਦੇ ਵਿੱਚ ਜਿਹੜੇ ਬੋਤਲਾਂ, ਡਾਟੇ, ਢੱਕਣ, ਸਟਿੱਕਰ, ਲੇਬਲ, ਉਹ ਸਾਰੇ ਦੇ ਸਾਰੇ ਓਰੀਜਨਲ ਡਿਸਟਿਲਰੀਆਂ ਦੇ ਫੜੇ ਗਏ ਨੇ। ਤੇ ਇਹਨਾਂ ਨਜਾਇਜ਼ ਡਿਸਟਿਲਰੀਆਂ ਫੜੇ ਜਾਣ ਦੇ ਬਾਵਜੂਦ ਇੱਕ ਵੀ ਡਿਸਟਿਲਰੀ ਮਾਲਕ ਨੇ, ਪੰਜਾਬ ਦੇ ਨੇ, ਸਰਕਾਰ ਨੂੰ ਜਾਂ ਪੁਲਿਸ ਨੂੰ ਇਹ ਨਹੀਂ ਕਿਹਾ ਹੈਗਾ ਵੀ ਜੇ ਇੱਕ ਕੋਈ ਨਜਾਇਜ਼ ਸ਼ਰਾਬ ਫੈਕਟਰੀ ਨਾਲ ਮੇਰਾ ਨਾਮ ਜਾਂ ਮੇਰੇ ਨਾਮ ਨੂੰ ਬਦਨਾਮ ਕਰ ਰਿਹਾ, ਮੇਰੇ ਬ੍ਰਾਂਡ ਨੂੰ ਬਦਨਾਮ ਕਰ ਰਿਹਾ। ਬਹੁਤ ਵੱਡਾ ਮੁੱਦਾ ਤੁਸੀਂ ਖੜਾ ਕੀਤਾ, ਮੈਂ ਜਵਾਬ ਲੈਣਾ ਚਾਹਾਂਗਾ। ਮੈਂ ਹੁਣ ਤੁਸੀਂ ਪਲੀਜ਼ ਸਮਝ ਲਓ ਮੇਰੀ ਗੱਲ। ਹੁਣ ਸਵਾਲ ਇਹ ਹੈ ਵੀ ਜਦੋਂ ਐਡਾ ਵੱਡਾ ਪੋਲੀਟੀਸ਼ੀਅਨਾਂ ਦਾ, ਅਫਸਰਾਂ ਦਾ, ਪੁਲਿਸ ਦਾ ਤੇ ਡਿਸਟਿਲਰੀ ਵਾਲਿਆਂ ਦਾ ਮਾਫੀਆ ਚੱਲ ਰਿਹਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਚੱਲ ਰਿਹਾ, ਉਹੀ ਹੋਮ ਮਿਨਿਸਟਰ ਨੇ, ਉਹੀ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਨੇ, ਤੇ ਇਹਦੇ 'ਚ ਕਿੱਡਾ ਕਿ ਰਾਕਟ ਸਾਇੰਸ ਹੈ। ਇਹ ਬੜੇ ਆਰਾਮ ਨਾਲ ਫੜੇ ਜਾ ਸਕਦੇ ਨੇ, ਪਰ ਜਿਨ੍ਹਾਂ ਨੂੰ ਫੜਨਾ ਹੈ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਗੋਦੀ 'ਚ ਬਿਠਾ ਰੱਖੇ ਨੇ। ਜਦੋਂ ਬੰਦਾ ਆਪਦੀ ਗੋਦੀ 'ਚ ਬਿਠਾ ਰੱਖਿਆ ਹੈ ਤੇ ਕੈਪਟਨ ਸਾਹਿਬ ਫੜਨਗੇ ਕਿਵੇਂ ਉਹਨਾਂ ਨੂੰ? ਮੈਂ ਇਸੇ ਕਰਕੇ, 1 ਮਿੰਟ ਮੈਨੂੰ ਦਿਓ ਬਸ, ਮੈਂ ਕੰਪਲੀਟ ਕਰਨ ਲੱਗਿਆ। ਮੈਂ ਇਸੇ ਕਰਕੇ ਕੱਲ ਕੈਪਟਨ ਸਾਹਿਬ ਨੂੰ ਕਿਹਾ ਵੀ ਜੇ ਤੁਹਾਨੂੰ ਤਾਂ ਲੱਗਦਾ ਹੈਗਾ ਤੁਸੀਂ ਸਾਡੀ ਆਲ MLAs ਦੀ ਸਾਡੇ ਮੁਤਾਬਕ ਤੁਸੀਂ ਉਹ ਕਮੇਟੀ ਬਣਾ ਦਿਓ ਤੇ 15 ਦਿਨਾਂ ਦੇ ਵਿੱਚ ਅਸੀਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਾਂਗੇ। ਸਾਰੀਆਂ ਪਾਰਟੀਆਂ ਦੇ ਜੇ MLA ਹੋਣਗੇ ਵਿੱਚ, ਸਹੀ ਵੈਦ ਸਾਹਿਬ ਵਰਗੇ, ਚੰਦੂਮਾਜਰਾ ਸਾਹਿਬ ਵਰਗੇ ਜੇ MLA ਹੋਣਗੇ ਤੇ ਬਿਆਨਬਾਜ਼ੀ ਬੰਦ ਹੋ ਜੂਗੀ ਤੇ ਅਸਲੀ ਕਨਕਲੂਜਨ ਹੈ ਜਿਹੜਾ ਉਹ ਨਿਕਲ ਕੇ ਆ ਜਾਊਗਾ ਤੇ ਪੰਜਾਬ ਦਾ ਮਾਜਰਾ ਬਚ ਰਹੂਗਾ।
ओके थैंक यू। गल आ गई वैसे अहम मुद्दा है। अमन अरोड़ा जी ने जो सवाल उठाए है, जिस तरीके हरिंदरपाल जी ने सवाल उठाए है, इन्होंने सारे मुद्दों पर अमन अरोड़ा ने यह भी कहा है कि जीरो टॉलरेंस नहीं, जीरो परफॉर्मेंस है। वैसे एक सवाल मैं जरूर लेना चाहांगा, तुम इस गल की गल भी करो, वो ये भी है जिदा चंदूमाजरा ने विशेष पैकेज की गल की है, पंजाब वड्डे आर्थिक संकट का इस वे शिकार है, कि केंद्र ने कोई इदां की जिहड़ी कि मदद की गल कर रहे हैं, जां जिदा पंजाब बार बार बेनतियां कर रहा है उन्होंने ठकराया ही जा रहा है? वैस साहब सिद्धू साहब देखो, जिहड़ी अमन जी ने गल की है जां चंदूमाजरा साहब ने गल की है, जे जीरो टॉलरेंस ना हुंदी, जां अमन जी ने एक होर बड़ा वड्डा एलीगेशन लाया कि चीफ मिनिस्टर साहब ने उन्होंने गोदी च बिठाया होया, मैं इन्हां दी इस गल नाल सहमत बिल्कुल नहीं हाँ। 100% चलो ये अपोजिशन पार्टी के लीडर है, कुछ भी कह सकते हैं, बट ये सियाने बंदे हैं। मैं अमन जी तो हमेशा ही एक्सपैक्ट करना भी ये जरूर अपनी पार्टी का मुद्दा जरूर उठाते हैं, पर यह कुछ थोड़ा मेरे मुताबिक जो मेरी सोच है, इन्हों कई गल्लां सोच समझ के जरूर बोलनिया चाहिए। कैप्टन अमरिंदर सिंह वर्गा इंसान जे जिहड़ी अमन जी ने गल की है, जे यही गल हुंदी तो फिर फैक्ट्रियां फड़ियां ही ना जांदियां। ये किहड़ा इन्हां दे जिहड़े दिल्ली तो केजरीवाल साहब आके फैक्ट्रियां फड़ के चले गए। एक्साइज डिपार्टमेंट चोर नूं फड़ना चाहिए, चोर नूं सानू एक दिन दे दिओ जी, सानू एक दिन केजरीवाल तो छड्डो, सानू एक दिन पंजाब पुलिस ते पंजाब विजिलेंस दे बहुत गलतफहमी है, लोग तुहानूं अपने आप ते बहुत गलतफहमी है। ये गलतफहमी लोकां ने तुहाडी दूर कीती है पिछले 3 सालां च। हाँ, लोगों ने करना, लोगों ने लोगों ने सिद्धू साहब लोगों ने 17 वाली इलैक्शन, उस तो बाद फिर पंचायत इलैक्शन, सरपंची दी इलैक्शन, जिला परिषद दी इलैक्शन, फिर 4 अपनियां ब्लॉक दियां एमएलए दी इलैक्शन ते एक फिर एमपी दी इलैक्शन, वो सारे लोगों ने आम आदमी पार्टी के खिलाफ ते श्रोमणी अकाली दल के खिलाफ फतवा तो दिता ही है। इन्हां भी पता कि लोग की चाहते हैं, किहदियां पॉलिसी चंगियां ने, किहदियां मंदियां ने। जिथों तक परफॉर्मेंस की गल कही है सिद्धू साहब, अपने सारिਆਂ ਦੇ सामने है, लोग ऑलरेडी फतवा दे चुके होने। 4 बाई इलैक्शन हुई ने, ਉਹਦੇ ਵਿੱਚ ਵੀ ਲੋਕਾਂ ਨੇ कैप्टन अमरिंदर सिंह की पॉलिसी के उत्ते मोहर लाई है। जिथों तक तुसी पैकेज की गल की है, आ जिहड़ा साडी श्रोमणी अकाली दल पार्टी बीजेपी की सेंटर च भाईवाल है, 20 लाख करोड़ रुपए का पैकेज अनाउंस होया है। सारे इकोनॉमिस्ट की, ईवन गोदी मीडिया ਦੇ ਜਿਹੜੇ ਚੈਨਲ ਨੇ ਉਹਨਾਂ ਦੇ ਉੱਤੇ ਵੀ ਚੱਲ ਰਹੀ ਹੈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਛੋਟੇ ਹੁੰਦੇ ਇੱਕ ਉਹ ਸ਼ੂਗਰ ਕੈਂਡੀ ਖਾਂਦੇ ਸੀ, ਉਹ ਇੱਕ ਬੰਦਾ ਆਉਂਦਾ ਸੀ, ਉਹ ਘਮਾਉਂਦਾ ਸੀ ਹੱਥ ਨਾਲ ਵਿੱਚ ਚੀਨੀ ਪਾ, ਸੋ ਐਡਾ ਇੱਕ ਵੱਡਾ ਉਹ ਬਣ ਜਾਂਦਾ ਸੀ ਉਹਦਾ ਸ਼ੂਗਰ ਖੰਡ ਦਾ। ਉਹ ਜਦੋਂ ਜਾਂ ਉਹਨੂੰ ਇਦਾਂ ਨੱਪ ਦਿੰਦੇ ਸੀ, ਇੱਕਦਮ ਨੱਪਿਆ ਜਾਂਦਾ ਸੀ, ਉਸ ਤੋਂ ਬਾਅਦ ਜਦੋਂ ਉਹਨੂੰ ਮੂੰਹ 'ਚ ਪਾਉਂਦੇ ਸੀ, ਉਹ ਮੂੰਹ 'ਚ ਭੁਰ ਹੀ ਜਾਂਦਾ ਸੀ। ਇਹੋ ਜਿਹਾ ਪੈਕੇਜ ਬੀਜੇਪੀ ਨੇ ਦਿੱਤਾ ਹੈ। चाहिदा तो ये बड़ी लंबी डिबेट है, वास्ते तो डिबेट करायो तुसी, चाहिदा तो वक्री आपां गल करांगे, वक्री गल चाहिदा कि मोदी साहब या बीजेपी दी सरकार कोई आर्थिक पैकेज दिंदी स्टेटां नूं, वो तो दिते नहीं। इस 20 लाख करोड़ दे विच 12-13 हज़ार करोड़ रुपया वो जिहड़ा बजट चों लैके इन्हां ने कढ के देता ते लोकां नूं कहता ज़्यादा तो ज़्यादा करजा लो, जिहड़ा सिक्योर्ड लोन है वो तो 25% लै लो। मैं एक गल मैं एप्रीशिएट करदा कि जो MSME लोन्स लैनी है, वो मार्केट च लिक्विडिटी आ जाऊगी, मान लिया लिक्विडिटी आ जाऊगी, लेकिन लिक्विडिटी का फायदा तो होएगा ना जे कस्टमर होएगा, मनी सर्कुलेशन ता ही घूमेगी। वो 12-13 हज़ार करोड़ रुपया तो कर दिता। एक्चुअल जो सेंटर ने पैकेज अनाउंस किया है सिद्धू साहब, वो सारा ही 0.91 1 मिनट लूंगा 0.91% ऑफ द GDP लिया। ये धोखा किया है, फ्रॉड किया है। श्रोमणी अकाली दल नूं चाहिदा है, क्योंकि बीजेपी ने तो 24 की इलैक्शन की तैयारी शुरू कर दी इस पैकेज देके, ठीक है। ये पैकेज 24 की इलैक्शन की, किसी नूं की पता 20 लाख करोड़ का की होना, एक फिगर अनाउंस करती। वो मोदी साहब ते मोदी साहब की सरकार बाहर है, बड़े कैमाफ्लॉज कर दिता। सारियां नूं पता है। सिद्धू साहब मैं कहना चाਹੁੰਦਾ कि मोदी साहब ने दा कमेंट्स समा नहीं, ਆਪਾਂ ਕਦੇ ਫੇਰ ਇਸ ਮੁੱਦੇ ਤੇ ਪੂਰੀ ਡਿਬੇਟ ਕਰਾਂਗੇ। 2 ਲਾਈਨਾਂ ਦਾ ਕਮੈਂਟ ਜਿਹੜਾ ਵੈਸਾ ਨੇ ਕਿਹਾ ਕਿ ਧੋਖਾ ਕੀਤਾ ਹੈ, ਕੋਈ ਪੈਕੇਜ ਨਹੀਂ ਹੈ।
ਮੈਂ ਕਹਿ ਰਿਹਾ ਵੀ ਇਹ ਕਹਿੰਦੇ 2024 ਦੀ ਤਿਆਰੀ ਸ਼ੁਰੂ ਕਰ ਲਈ। ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਵੀ 2022 ਚ ਮੂੰਹ ਦਿਖਾਣ ਜੋਗੇ ਕੁਝ ਬਣ ਜਾਓ, ਨਹੀਂ ਲੋਕਾਂ ਨੇ ਪਿੰਡਾਂ 'ਚ ਨਹੀਂ ਬਣਨ ਅਸੀਂ ਦੇਣਾ ਤਾਂ ਇਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੋ ਡਿਵੀਜ਼ਨ ਹੋਇਆ ਚੰਦੂਮਾਜਰਾ ਸਾਹਿਬ 2 ਮਿੰਟ ਦਾ ਸਮਾਂ ਜੀ, 2 ਮਿੰਟ ਦਾ ਸਮਾਂ ਕਿਉਂ ਸਪੀਕਰ। ਜਿਹੜੀ ਗੱਲ ਦੂਜੀ ਆ ਨਾ ਜੀ ਪੈਕੇਜ ਵਾਲੀ, ਮੇਰਾ ਸਵਾਲ ਤਾਂ ਇਹ ਆ ਵੀ ਪੈਕੇਜ ਆਪਾਂ ਲਵਾਂਗੇ ਤੇ ਆਪਾਂ ਕੇਸ ਕੀ ਤਿਆਰ ਕਰ ਰਹੇ ਹਾਂ ਪੈਕੇਜ ਲਈ, ਕਿ ਜਦੋਂ ਆਪਾਂ ਆਪਣੇ ਅਕਾਊਂਟਸ ਪੇਪਰਸ ਲੈ ਕੇ ਜਾਵਾਂਗੇ ਉੱਥੇ ਕਹਾਂਗੇ ਵੀ 676 ਕਰੋੜ ਰੁਪਏ ਅਸੀਂ ਸ਼ਰਾਬ ਦੇ ਠੇਕੇਦਾਰਾਂ ਨੂੰ ਦਿੱਤੇ ਆ ਜੀ, ਉਹ ਬਹੁਤ ਗਰੀਬ ਸੀਗੇ, ਉਹਨਾਂ ਨੂੰ ਬਹੁਤ ਵੱਡੀ ਲੋੜ ਸੀਗੀ। ਇਹ ਮੇਰੇ ਦਿਖਾਵਾਂਗੇ ਆਪਾਂ ਕਿ ਆਪਾਂ ਇਹ ਮੇਰੇ ਦਿਖਾਵਾਂਗੇ ਕਿ ਅਸੀਂ ਰੇਤੇ ਦੇ ਠੇਕੇਦਾਰਾਂ ਨੂੰ 300 ਕਰੋੜ ਦੇ ਕਰੀਬ ਪੈਸਾ ਦੇਤੇ ਆ, ਤੇ ਇਹ ਮੇਰੇ ਪੈਕੇਜ ਵਾਸਤੇ। ਸੋ ਮੈਂ ਸਮਝਦਾ ਵੀ ਇੱਕ ਮਿੰਟ ਸਾਹਿਬ, ਇੱਕ ਮੈਂ ਬਹੁਤ ਦੇਖੋ ਜ਼ਰੂਰੀ ਗੱਲ ਜਿਹੜੀ ਕਿ ਅੱਜ MSME ਵਾਸਤੇ ਹੋਇਆ, ਇੱਕ ਚੀਜ਼ ਮੈਂ ਇਹ ਕਹਿਣਾ ਹੈ ਵੀ 24% ਜਿਹੜਾ ETF ਦਾ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤਾ। ਮੈਂ ਬੇਨਤੀ ਕਰਦਾ ਵੈਦ ਸਾਹਿਬ ਕਰਵਾ ਸਕਦੇ ਨੇ ਇਹ ਕੰਮ, ਕਿ ਸਟੇਟ ਗਵਰਨਮੈਂਟ ਨੂੰ ਪਲੀਜ਼ ਮੇਰੀ ਬੇਨਤੀ ਆ ਕਹੋ ਕਿ ਜਿਹੜਾ ਉਹਨਾਂ ਦਾ ਮਿਨੀਮਮ ਲੋਡ ਹੈ ਇੰਡਸਟਰੀ ਦਾ, ਤੁਹਾਡੇ ਨਾਲ ਸਹਿਮਤ ਹਾਂ ਚੰਦੂਮਾਜਰਾ ਸਾਹਿਬ, ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹਾਂ। ਭਾਵੇਂ ਛੋਟੇ ਹੀ ਲਾ ਲਓ, ਜੇ MSME ਜੇ ਥੋੜਾ ਬਹੁਤ ਬੂਸਟ ਕਰੀਏ ਤਾਂ ਅੱਗੇ ਰੋਜ਼ਗਾਰ ਦੇ ਸਾਧਨ ਵੀ ਪੈਦਾ ਹੋ ਸਕਦੇ ਆ, ਤੇ ਜਿਹੜਾ ਰੋਜ਼ਗਾਰ ਹੈ ਉਹ ਸਿਕਿਉਰ ਵੀ ਹੋਊਗਾ। ਤੇ ਬਾਕੀ ਜਿਹੜੀ ਗੱਲ ਅਮਨ ਜੀ ਨੇ ਕਹੀ ਗੋਦੀ ਚ, ਚਲੋ ਮੈਂ ਕਹਿੰਦਾ ਵੀ CM ਸਾਹਿਬ ਦੀ ਗੋਦੀ ਚ ਨਾ ਲਾਈਏ, ਟੂ ਅਰਲੀ ਟੂ ਸੇ ਆ, ਪਰ ਇੱਕ ਗੱਲ ਵੈਦ ਸਾਹਿਬ ਪਲੀਜ਼ ਦੇਖੋ ਜ਼ਿੰਮੇਵਾਰੀ ਤਾਂ CM ਸਾਹਿਬ ਦੀ ਬਣਦੀ ਆ ਨਾ, ਫਿਰ ਕਿਸੇ ਮੁੱਦੇ ਤੇ ਗੱਲ ਕਰਾਂਗੇ ਰਤਪਾਲ ਜੀ। ਸਰਕਾਰਾਂ ਦੀ ਚੰਦੂਮਾਜਰਾ ਸਾਹਿਬ ਦੇਖੋ ਸਿੱਧੂ ਸਾਹਿਬ ਦੇਖੋ ਇਸ ਤਰ੍ਹਾਂ ਖਤਮ ਕਰ ਜੀ, ਬਸ ਗੱਲ ਹੀ ਅੱਧੇ ਮਿੰਟ ਦੀ ਗੱਲ ਹੈ ਜੀ। ਮੇਰੀ ਤਾਂ ਗੱਲ ਇਹ ਨਹੀਂ ਹੈ ਕਿ ਵੈਦ ਸਾਹਿਬ ਨੇ ਗੱਲ ਕੀਤੀ ਹੈ ਪਰਫਾਰਮੈਂਸ ਦੀ, ਕੈਪਟਨ ਸਾਹਿਬ ਦੀ। ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਰਫਾਰਮੈਂਸ ਤਾਂ ਉਹਨਾਂ ਦੇ ਜਿਹੜੇ MLA ਨੇ ਉਹ ਸਮਝ ਚੁੱਕੇ ਨੇ, ਇਸੇ ਕਰਕੇ ਰੌਲਾ ਪਾ ਰਹੇ ਨੇ ਕਿ ਜੇ ਆਹੀ ਪਰਫਾਰਮੈਂਸ ਕੈਪਟਨ ਅਮਰਿੰਦਰ ਸਿੰਘ ਦਿੰਦੇ ਰਹੇ ਤੇ 22 ਦੇ ਵਿੱਚ ਕਾਂਗਰਸ ਪਾਰਟੀ ਦਾ ਸੂਪੜਾ ਸਾਫ਼ ਹੋ ਜਾਣਾ, ਜ਼ਮਾਨਤਾਂ ਜ਼ਬਤ ਹੋ ਜਾਣੀ ਨੇ। ਇਸੇ ਕਰਕੇ ਉਹ ਆਵਾਜ਼ ਚੱਕ ਰਹੇ ਨੇ ਵੀ ਜਿਵੇਂ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇੱਕ ਮਿੰਟ ਮੇਰੇ ਫੈਸਲਾ ਕਰ ਲਿਆ, ਅਗਲੀ ਇੱਕ ਸੈਕਿੰਡ ਸਿੱਧੂ ਸਾਹਿਬ ਜਿਹੜੀ ਇੱਕ ਲਾਸਟ ਗੱਲ ਇਹ ਹੈ ਇਹਨਾਂ ਦੀ, ਮੈਂ ਵੈਦ ਸਾਹਿਬ ਨਾਲ ਵੈਦ ਸਾਹਿਬ ਦੀ ਇੱਕ ਗੱਲ ਨਾਲ ਸਹਿਮਤ ਹਾਂ। ਇਹਨਾਂ ਨੇ ਕਿਹਾ ਵੀ ਕੇਂਦਰ ਸਰਕਾਰ ਨੇ ਸ਼ੂਗਰ ਕੈਂਡੀ ਹੈ ਜਿਹੜੀ ਉਹ ਲੋਕਾਂ ਦੇ, ਪੰਜਾਬ ਦੇ ਲੋਕਾਂ ਦੇ ਹੱਥ 'ਚ ਫੜਾ ਦਿੱਤੀ। ਮੋਦੀ ਸਾਹਿਬ ਨੇ ਸ਼ੂਗਰ ਕੈਂਡੀ ਲੋਕਾਂ ਦੇ ਹੱਥ 'ਚ ਫੜਾ ਦਿੱਤੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਸ਼ੂਗਰ ਕੈਂਡੀ ਵਾਲੀ ਜਿਹੜਾ ਡੱਕਾ ਹੁੰਦਾ ਨਾ, ਡੱਕਾ ਤਿੱਲਾ, ਉਹ ਲੋਕਾਂ ਦੇ ਹੱਥ 'ਚ ਫੜਾ ਦਿੱਤਾ। ਸੋ ਇੱਕ ਹੱਥ 'ਚ ਸ਼ੂਗਰ ਕੈਂਡੀ ਤੇ ਇੱਕ ਹੱਥ 'ਚ ਪੰਜਾਬ ਸਰਕਾਰ ਦਾ ਡੱਕਾ। ਤੁਸੀਂ ਵੀ ਆਪਣੀ ਗੱਲ ਕਹਿ ਲਈ। ਥੈਂਕ ਯੂ ਵੈਰੀ ਮਚ। ਸਿੱਧੂ ਸਾਹਿਬ ਇਹ ਫਾਈਨਾਂਸ ਮਿਨਿਸਟਰੀ ਦਾ ਇੱਕ ਡਾਕੂਮੈਂਟ ਹੈ, ਇਹ ਜ਼ਰੂਰ ਪੜ੍ਹ ਲਿਆ ਜਾਵੇ ਜੀ। ਸਿੱਧੂ ਸਾਹਿਬ ਇਹ ਫਾਈਨਾਂਸ ਮਿਨਿਸਟਰੀ ਦਾ ਓਰੀਜਨਲ ਡਾਕੂਮੈਂਟ ਹੈ, ਇਹ ਮੈਂ ਨੈਟ ਤੋਂ ਡਾਊਨਲੋਡ ਕੀਤਾ ਰਿਗਾਰਡਿੰਗ ਪੈਕੇਜ। ਇਟਸ ਵੈਰੀ ਇੰਪੋਰਟੈਂਟ, ਇਹਦੀ ਸਟੱਡੀ ਜ਼ਰੂਰ ਹੋਣੀ ਚਾਹੀਦੀ ਹੈ। ਮੈਂ ਪੜ੍ਹਿਆ ਜੀ ਉਹਨੂੰ ਬੜੀ ਚੰਗੀ ਤਰ੍ਹਾਂ। ਆਪਾਂ ਸਿੱਧੂ ਸਾਹਿਬ ਇਸ ਮੁੱਦੇ ਤੇ ਵੈਸਾ ਕਰਨਾ ਚਾਹੁੰਦਾ, ਫਿਰ ਇਸ ਮੁੱਦੇ ਤੇ ਆਵਾਂਗੇ। ਇਹ ਜਿਹੜਾ ਰੇਤੇ ਦੀ ਕਾਰਪੋਰੇਸ਼ਨ ਇੱਥੇ ਬਣਾਉਣ ਦੀ ਗੱਲ ਕਰਦੇ ਆ ਅਮਨ ਜੀ, ਕੇਜਰੀਵਾਲ ਸਾਹਿਬ ਨੂੰ ਕਹੋ ਪੰਜਾਬ ਨਾਲੋਂ ਮਹਿੰਗਾ ਰੇਤਾ ਬਜਰੀ ਲੈ ਰਹੇ ਨੇ ਦਿੱਲੀ ਦੇ ਲੋਕ। ਚਲੋ ਥੈਂਕ ਯੂ, ਆਪਾਂ ਫੇਰ ਕਰਾਂਗੇ ਗੱਲ, ਸਮਾਂ ਨਹੀਂ ਇਜਾਜ਼ਤ ਦੇ ਰਿਹਾ, ਸਮਾਂ ਹਰਿੰਦਰਪਾਲ ਜੀ, ਅਮਨ ਅਰੋੜਾ ਜੀ, ਕੁਲਦੀਪ ਸਿੰਘ ਬੈਜ ਜੀ, ਤਿੰਨਾਂ ਹੀ ਮਹਿਮਾਨਾਂ ਦਾ, MLA ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਦਰਸ਼ਕਾਂ ਦੇ ਸਾਹਮਣੇ, ਜਿੱਦਾਂ ਮੈਂ ਕਿਹਾ ਕਿ ਅਸੈਂਬਲੀ ਦੇ ਅੰਦਰ ਤਾਂ ਸ਼ਾਇਦ ਪੰਜਾਬ ਦੇ ਮੁੱਦਿਆਂ ਤੇ ਇੰਨੀ ਸਾਰਥਕ ਬਹਿਸ ਨਾ ਹੋਈ ਹੋਵੇ ਜਿੰਨੀ ਸਾਡੇ ਚੈਨਲ ਤੇ ਸਾਰਥਕ ਬਹਿਸ ਹੋਈ ਹੈ। ਸਾਡੀ ਬੇਨਤੀ ਪ੍ਰਵਾਨ ਕਰਨ ਲਈ ਮੈਂ ਤਿੰਨਾਂ ਮਹਿਮਾਨਾਂ ਦਾ, ਤਿੰਨਾਂ MLA ਸਾਹਿਬਾਨ ਦਾ ਧੰਨਵਾਦੀ ਹਾਂ। ਦਰਸ਼ਕਾਂ ਦੇ ਲਈ ਇਸ ਕਮੈਂਟਸ ਦੇ ਨਾਲ ਹੀ ਲਵਾਂਗਾ ਮੈਂ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।